Hello friends, welcome to my channel UGC Net with Stinder. As in our previous video, we have discussed comparative government and politics. ਆਪਾਂ ਹਿਸਟਰੀ ਦੇਖੀ ਕਿ ਕੰਪੈਰੀਟਿਵ ਗਵਰਨਮੈਂਟ ਦੀ ਸਟੱਡੀ ਕਦੋਂ ਸ਼ੁਰੂ ਹੋਈ ਤੇ 20ਵੀਂ ਸਦੀ ਤੱਕ ਆਉਂਦਿਆਂ ਕੰਪੈਰੀਟਿਵ ਪੋਲਿਟਿਕਸ ਦੀ ਸਟੱਡੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਉਹ ਵਾਲੇ ਪੁਰਾਣੇ ਮੈਥਡਸ ਦੇ ਨਾਲ ਜਿਹੜੇ ਕੰਪੈਰੀਟਿਵ ਗਵਰਨਮੈਂਟ ਦੇ ਟਾਈਮ ਵਰਤੇ ਜਾਂਦੇ ਸੀ, ਜਿਹੜੇ ਟੂਲਸ ਯੂਜ਼ ਕੀਤੇ ਜਾਂਦੇ ਸੀ, ਉਹਨਾਂ ਦੇ ਨਾਲ ਸਾਡੇ ਕੋਲ ਰਿਲਾਇਬਲ ਜਿਹੜੇ ਰਿਜ਼ਲਟਸ ਨਹੀਂ ਨਿਕਲੇ। ਤੋ ਥਿਊਰੀਜ਼ ਜਿਹੜੀਆਂ ਕੰਟੈਂਪਰੇਰੀ ਟਾਈਮ ਦੇ ਵਿੱਚ ਫਿੱਟ ਨਹੀਂ ਬੈਠਦੀਆਂ ਸੀ। ਤੋ ਸਾਨੂੰ ਨਵੀਂ ਥਿਊਰੀਜ਼ ਬਣਾਉਣ ਦੇ ਲਈ ਨਵੇਂ ਤਰੀਕਿਆਂ ਦੀ ਜ਼ਰੂਰਤ ਪਈ। ਨਵੇਂ ਮੈਥਡਸ ਜਿਹੜੇ ਆ ਉਹ ਪੋਲੀਟੀਕਲ ਸਾਇੰਸ ਦੇ ਵਿੱਚ ਇੰਟਰੋਡਿਊਸ ਕੀਤੇ ਗਏ, ਜਿਹਦੇ ਨਾਲ ਕਿ ਇੱਕ ਇਹੋ ਜਿਹੀਆਂ ਥਿਊਰੀਜ਼ ਬਿਲਡ ਕੀਤੀਆਂ ਜਾਣ ਜਿਨ੍ਹਾਂ ਦੇ ਵਿੱਚ ਸਾਨੂੰ ਸਮਾਜ ਵਿੱਚ ਹੋ ਰਹੀਆਂ ਨਵੀਆਂ ਤਬਦੀਲੀਆਂ, ਸਮਾਜਿਕ ਜਿਹੜੇ ਨਵੇਂ ਪ੍ਰਵਿਰਤੀਆਂ ਆ ਰਹੀਆਂ ਸਮਾਜ ਦੇ ਵਿੱਚ, ਉਹਨਾਂ ਨੂੰ ਦੇਖ ਕੇ ਤੇ ਥਿਊਰੀ ਬਿਲਡ ਕੀਤੀ ਜਾਵੇ ਜਿਹੜੀ ਕਿ ਫੈਕਟ ਬੇਸਡ ਥਿਊਰੀ ਹੋਵੇ, ਰਿਲਾਇਬਲ ਥਿਊਰੀ ਹੋਵੇ। ਸੋ ਸਕੋਪ ਜਿਹੜਾ ਆ ਉਹ ਕੰਪੈਰੀਟਿਵ ਪੋਲਿਟਿਕਸ ਦਾ ਡੇ ਬਾਈ ਡੇ ਜਿਹੜਾ ਆ ਉਹ ਇਨਕਰੀਜ਼ ਹੁੰਦਾ ਗਿਆ, ਵੱਧਦਾ ਗਿਆ। ਤੋ ਇਹਦੇ ਨਾਲ ਕੀ ਹੈ ਕਿ ਜਿੱਥੇ ਅਸੀਂ ਪਹਿਲਾਂ ਫਾਰਮਲ ਆਰਗਨਸ ਦੀ ਸਟੱਡੀ ਕਰਦੇ ਸੀ ਡਿਊਰਿੰਗ ਦਾ ਪ੍ਰੀਵੀਅਸ ਟਾਈਮ, ਤੋ ਹੁਣ ਜਿਹੜੀ ਸਟੱਡੀ ਹੈ ਉਹ ਇਨਫਾਰਮਲ ਆਰਗਨਸ ਦੀ ਵੀ ਨਾਲ ਹੋਣ ਲੱਗ ਗਈ। ਜਿਵੇਂ ਪਹਿਲਾਂ ਅਸੀਂ ਗਵਰਨਮੈਂਟ ਦੇ ਫਾਰਮਲ ਆਰਗਨਸ ਮੀਨਸ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਤੱਕ ਹੀ ਸਾਡੀ ਸਟੱਡੀ ਮਹਿਦੂਦ ਸੀ। ਹੁਣ ਉਹ ਜਿਹੜੀ ਆ ਨਾ ਵੱਧ ਗਿਆ, ਏਰੀਆ ਆਫ ਸਟੱਡੀ ਵੱਧਦਾ ਗਿਆ। ਤਾਂ ਉਹਦੇ ਨਾਲ ਜਿਵੇਂ ਜਿਵੇਂ ਏਰੀਆ ਆਫ ਸਟੱਡੀ ਇਨਕਰੀਜ਼ ਹੁੰਦਾ ਗਿਆ ਤਿਵੇਂ ਜਿਹੜੇ ਆ ਨਾ ਮਤਲਬ ਪੋਲੀਟਿਕਸ ਦਾ ਜਿਹੜਾ ਦਾਇਰਾ ਆ, ਉਹ ਸਕੋਪ ਜਿਹੜਾ ਆ ਕੰਪੈਰੀਟਿਵ ਪੋਲੀਟਿਕਸ ਦਾ ਉਹ ਵੱਧਦਾ ਗਿਆ। ਤੋ ਇਹ ਜਿਹੜਾ ਪਹਿਲਾਂ ਕਿ ਇੱਕ ਡਿਵੈਲਪਡ ਨੇਸ਼ਨਸ ਤੱਕ ਹੀ ਸਟੱਡੀ ਸੀਮਤ ਸੀ, ਵੱਧ ਕੇ ਡਿਵੈਲਪਿੰਗ ਨੇਸ਼ਨਸ ਤੱਕ ਇਹ ਜਿਹੜੀ ਸਟੱਡੀ ਹੈ ਉਹ ਹੋਣ ਲੱਗ ਗਈ। ਤੋ ਇਸ ਦੇ ਨਾਲ ਕੀ ਹੈ, ਸਾਡੀ ਪੋਲੀਟੀਕਲ ਸਾਇੰਸ ਦੇ ਵਿੱਚ ਨਵੀਆਂ ਜਿੰਨੀਆਂ ਤਬਦੀਲੀਆਂ ਆਈਆਂ ਉਹਨਾਂ ਸਾਰਿਆਂ ਨੂੰ ਐਡਰੈਸ ਕਰਨਾ ਸ਼ੁਰੂ ਕਰ ਦਿੱਤਾ। ਵੈਲਿਊ ਫ੍ਰੀ ਸਟੱਡੀ ਹੋਣ ਲੱਗੀ। ਔਰ ਐਕਚੁਅਲੀ ਗੱਲ ਇਹ ਵੀ ਸੀਗੀ ਕਿ ਪਹਿਲਾਂ ਜਦੋਂ ਪੋਲੀਟਿਕਸ ਦੀ ਸਟੱਡੀ ਕੀਤੀ ਜਾਂਦੀ ਸੀ, ਮੇਨ ਫੋਕਸ ਪੋਲੀਟਿਕਸ ਦੀ ਸਟੱਡੀ ਦਾ ਮੇਨ ਫੋਕਸ ਜਿਹੜਾ ਸੀ ਪੋਲੀਟਿਕਸ ਦੀ ਸਟੱਡੀ ਦਾ ਉਹ ਕੀਤਾ ਜਾਂਦਾ ਸੀ ਸਿਰਫ ਪੋਲੀਟਿਕਸ 'ਤੇ, ਪੋਲੀਟਿਕਸ ਦੀ ਸਟੱਡੀ ਦਾ ਫੋਕਸ ਕੀਤਾ ਜਾਂਦਾ ਸੀ। ਹੁਣ ਜਿਹੜੀ ਮੇਜਰ ਤਬਦੀਲੀ ਆਈ ਹੈ ਉਹ ਇਹ ਆਈ ਹੈ ਕਿ ਪੋਲੀਟਿਕਸ ਨੂੰ ਇਫ ਵੀ ਵਾਂਟ ਟੂ ਅੰਡਰਸਟੈਂਡ ਪੋਲੀਟਿਕਸ ਫੁੱਲੀ, ਜੇ ਅਸੀਂ ਪੋਲੀਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਦੇ ਲਈ ਸੁਸਾਇਟੀ ਨੂੰ ਸਮਝਣਾ ਪਏਗਾ। ਕਿਉਂਕਿ ਸੁਸਾਇਟੀ ਜਿਹੜੀ ਹੈ, ਐਜ਼ ਵੀ ਕੈਨ ਸੀ ਦਿਸ ਇਜ਼ ਸੁਸਾਇਟੀ, ਆਹ ਸੁਸਾਇਟੀ ਹੈ। ਇਸ ਸੁਸਾਇਟੀ ਦੇ ਵਿੱਚ ਇਹ ਸੁਸਾਇਟੀ ਆਈ ਤਾਂ ਸੁਸਾਇਟੀ ਦੇ ਵਿੱਚ ਫਿਰ ਕੀ ਬਣਿਆ, ਸਟੇਟ ਬਣਿਆ। ਸੁਸਾਇਟੀ ਦੇ ਵਿੱਚ ਆਹ ਸੁਸਾਇਟੀ ਹੈ। ਕਿਉਂਕਿ ਸੁਸਾਇਟੀ ਹੋਏਗੀ, ਸਮਾਜ ਹੋਏਗਾ ਤਾਂ ਹੀ ਉਹਦੇ ਵਿੱਚ ਪਾਪੂਲੇਸ਼ਨ ਹੋਏਗੀ, ਲੋਕ ਹੋਣਗੇ। ਜੇ ਲੋਕ ਹੋਣਗੇ ਤਾਂ ਹੀ ਐਲੀਮੈਂਟ ਸਟੇਟ ਦਾ ਸਭ ਤੋਂ ਪਹਿਲਾਂ ਇਹੀ ਹੈ ਨਾ, ਪਾਪੂਲੇਸ਼ਨ। ਤਾਂ ਇਹ ਹੋਏਗੀ ਤਾਂ ਹੀ ਇੱਥੇ ਕੀ ਹੋਇਆ, ਇਹਦੇ ਨਾਲ ਸਟੇਟ ਬਣਿਆ। ਸਟੇਟ ਦੇ ਵਿੱਚ ਫਿਰ ਜਿਹੜੀ ਆ ਗਵਰਨਮੈਂਟ ਬਣੀ। ਹੁਣ ਜਦੋਂ ਅਸੀਂ ਇਹ ਗੱਲਾਂ ਕਰਾਂਗੇ ਕਿ ਆਹ ਗਵਰਨਮੈਂਟ ਬਣੀ ਆ, ਸਟੇਟ ਬਣੀ ਆ, ਤਾਂ ਸੁਸਾਇਟੀ ਦੇ ਵਿੱਚ ਕੀ ਹੈ, ਰਿਲੀਜਨ ਵੀ ਹੋਏਗਾ, ਸੁਸਾਇਟੀ ਦੇ ਵਿੱਚ ਕਾਸਟ ਵੀ ਹੋਏਗੀ, ਸੁਸਾਇਟੀ ਦੇ ਵਿੱਚ ਜਿਹੜਾ ਹੈ ਟਰਾਈਬਸ ਵੀ ਹੋਣਗੇ, ਸੁਸਾਇਟੀ ਦੇ ਵਿੱਚ ਇਕੋਨਮੀ ਵੀ ਹੋਏਗੀ ਕਿਉਂਕਿ ਇਕਨੋਮਿਕ ਜਿਹੜੇ ਰਿਲੇਸ਼ਨਸ ਨੇ ਉਹ ਸੁਸਾਇਟੀ ਦੇ ਵਿੱਚ ਹੀ ਬਣਨਗੇ। ਸੋ ਇਕਨੋਮਿਕ ਰਿਲੇਸ਼ਨਸ ਵੀ ਸਾਰੇ ਸੁਸਾਇਟੀ 'ਚ ਹੀ ਹੋਣਗੇ, ਇੰਡਸਟਰੀ, ਐਗਰੀਕਲਚਰ, ਐਵਰੀਥਿੰਗ। ਤੋ ਅਗਰ ਸੁਸਾਇਟੀ ਹੈ ਤਾਂ ਜਿਹੜੀਆਂ ਨੇ ਉਹਦੇ ਵਿੱਚ ਇੰਨਾ ਧਰਮ, ਜਾਤ, ਰੰਗ, ਨਸਲ ਨੂੰ ਲੈ ਕੇ ਆਪਸ ਦੇ ਵਿੱਚ ਕੌਨਫਲਿਕਟਸ ਵੀ ਹੋਣਗੇ। ਇੱਥੇ ਜਿਹੜੇ ਕੌਨਫਲਿਕਟਸ ਹੋਣਗੇ ਇਹਦੇ ਵਿੱਚ ਕੁਝ ਲੀਡਰਸ ਵੀ ਹੋਣਗੇ। ਜੇ ਲੀਡਰਸ ਹੋਣਗੇ ਉਹ ਸੁਸਾਇਟੀ ਨੂੰ ਪ੍ਰਭਾਵਿਤ ਵੀ ਕਰਨਗੇ। ਸੋ ਇਹ ਜਦੋਂ ਸੁਸਾਇਟੀ ਆਪਸ 'ਚ ਗੁੱਥਮ ਗੁੱਥਾ ਹੁੰਦੀ ਹੈ, ਸਭ ਕੁਝ ਵਾਪਰਦਾ ਹੈ,
ਸਮਾਜ ਦੇ ਵਿੱਚ ਇਹ ਪ੍ਰਭਾਵ ਕਿਹਦੇ 'ਤੇ ਪਾਉਂਦਾ ਆ? ਪੋਲੀਟਿਕਸ 'ਤੇ। ਸੋ ਜਦੋਂ ਇਹ ਪੋਲੀਟਿਕਸ 'ਤੇ ਪ੍ਰਭਾਵ ਪਾਉਂਦਾ, ਇਹਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਇਹ ਸੁਸਾਇਟੀ ਹੈ, ਇਹਦੇ ਵਿੱਚ ਆ ਮੰਨ ਲਓ ਪੋਲੀਟਿਕਸ ਹੈ, ਇਸ ਪੋਲੀਟਿਕਸ ਦਾ ਕੁਝ ਹਿੱਸਾ ਜਿਹੜਾ ਆ ਸੰਬੰਧਿਤ ਹੈ ਸਾਡਾ ਸਮਾਜ ਦੇ ਨਾਲ, ਅਤੇ ਕੁਝ ਹਿੱਸਾ ਪੋਲੀਟਿਕਸ ਦਾ ਸੰਬੰਧਿਤ ਹੈ ਇਕੋਨਮੀ ਦੇ ਨਾਲ। ਜਿੰਨੇ ਵੀ ਇਕਨੋਮਿਕ ਡਿਸੀਜ਼ਨਸ ਹਨ, ਜਿੰਨੇ ਵੀ ਲਏ ਜਾਂਦੇ ਇਕਨੋਮਿਕ ਡਿਸੀਜ਼ਨ, ਉਹ ਪੋਲੀਟਿਕਸ ਵੱਲੋਂ ਲਏ ਜਾਂਦੇ ਆ, ਪੋਲੀਟੀਕਲ ਡਿਸੀਜ਼ਨ ਹੁੰਦੇ ਆ। ਇਸੇ ਤਰ੍ਹਾਂ ਹੀ ਜੋ ਸੁਸਾਇਟੀ 'ਚ ਇਹਦੀਆਂ ਐਗਜ਼ਾਮਪਲ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਕਿ ਜੇ ਡੋਰੀ ਐਕਟ ਬਣਿਆ, ਐਂਟੀ ਡੋਰੀ ਐਕਟ ਬਣਿਆ, ਉਹ ਹੈ ਤਾਂ ਸੋਸ਼ਲ ਪ੍ਰੋਬਲਮ, ਪਰ ਬਣਾਇਆ ਡਿਸੀਜ਼ਨ ਪੋਲੀਟਿਕਸ ਦਾ ਸੀ, ਪੋਲੀਟੀਕਲ ਡਿਸੀਜ਼ਨ ਸੀ। ਜੇ ਸੁਸਾਇਟੀ ਦੇ ਵਿੱਚ ਐਂਟੀ ਫੀਮੇਲ ਫਿਟੀਸਾਈਡ ਐਕਟ ਬਣਿਆ ਤਾਂ ਉਹ ਵੀ ਇਹਦੇ ਵਿੱਚ ਹੈ। ਜੇ ਵੂਮਨ ਦਾ 33% ਰਿਜ਼ਰਵੇਸ਼ਨ ਦਾ ਐਕਟ ਬਣਿਆ, ਉਹ ਵੀ ਪੋਲੀਟੀਕਲ ਡਿਸੀਜ਼ਨ ਸੀ ਔਰ ਪ੍ਰਭਾਵ ਸੁਸਾਇਟੀ 'ਤੇ ਪਾ ਰਿਹਾ ਹੈਗਾ ਆ। ਇਸੇ ਤਰ੍ਹਾਂ ਹੀ ਲਾਈਕ ਹੁਣ ਰੀਸੈਂਟਲੀ ਬਹੁਤ ਜਿਹੜਾ ਹੈ ਤੁਹਾਨੂੰ ਐਗਰੀਕਲਚਰ ਬਿਲਸ ਸੀਗੇ ਜਿਨ੍ਹਾਂ ਨੂੰ ਰਿਪੀਲ ਕਰਵਾਉਣ ਦੇ ਲਈ 1 ਸਾਲ ਲੰਬਾ ਅੰਦੋਲਨ ਚੱਲਿਆ ਨਿਊ ਦਿੱਲੀ ਦੇ ਵਿੱਚ, ਕਿਸਾਨਾਂ ਵੱਲੋਂ ਚਲਾਇਆ ਗਿਆ। ਉਹ ਵੀ ਹੈ, ਉਹ ਇਕਨੋਮਿਕ ਮੁੱਦਾ ਸੀ, ਪਰ ਪੋਲੀਟਿਕਸ ਦੇ ਨਾਲ ਇਹ ਕੋਰਲੇਟ ਕਰਦਾ ਆ। ਇਹ ਕੁਝ ਕੁ ਹਿੱਸਾ ਪੋਲੀਟਿਕਸ ਦਾ ਅੱਡ ਰਹਿੰਦਾ, ਬਾਕੀ ਕੁਝ ਜਿਹੜਾ ਇਕਨੋਮਿਕ ਡਿਸੀਜ਼ਨ ਤੋਂ ਪ੍ਰਭਾਵਿਤ ਹੁੰਦਾ ਆ, ਕੁਝ ਜਿਹੜਾ ਸੋਸਾਇਟੀ ਤੋਂ ਪ੍ਰਭਾਵਿਤ ਹੁੰਦਾ ਹੈ। ਅਤੇ ਬੇਸਿਕਲੀ ਇਹ ਸਾਰਾ ਪਾਰਟ ਹੀ ਸੋਸਾਇਟੀ ਦਾ ਆ। ਪੋਲੀਟਿਕਸ ਐਂਡ ਸੋਸਾਇਟੀ, ਇਕੋਨਮੀ ਸੋਸਾਇਟੀ ਦੇ ਵਿੱਚ ਹੀ ਵਿਚਰਦੇ ਆ, ਸਾਰਾ ਕੁਝ ਸੋਸਾਇਟੀ 'ਚ ਹੀ ਵਾਪਰਦਾ ਆ। ਸੋ ਪੋਲੀਟਿਕਸ ਜਿਹੜੀ ਹੈ, ਇਹਨੂੰ ਅਗਰ ਅਸੀਂ ਸਮਝਣਾ ਆ ਤਾਂ ਸਾਨੂੰ ਸਭ ਤੋਂ ਪਹਿਲਾਂ, ਜਿਵੇਂ ਗ੍ਰਾਹਮ ਵਾਲਸ ਨੇ ਆਲਰੇਡੀ ਆਪਾਂ ਕੱਲ੍ਹ ਡਿਸਕਸ ਕਰ ਚੁੱਕੇ ਹਾਂ ਪ੍ਰੀਵੀਅਸ ਲੈਕਚਰ ਦੇ ਜਿਹੜੇ ਆ ਵੀਡੀਓ ਦੇ ਵਿੱਚ, ਕਿ ਜਿਹੜੀ ਪੋਲੀਟਿਕਸ ਨੂੰ ਅਗਰ ਫੁੱਲੀ ਬਹੁਤ ਚੰਗੀ ਤਰ੍ਹਾਂ ਸਮਝਣਾ ਆ ਤਾਂ ਸਾਨੂੰ ਵਿਅਕਤੀ ਦੇ ਬਿਹੇਵੀਅਰ ਨੂੰ ਸਮਝਣਾ ਪਏਗਾ। ਵਿਅਕਤੀ ਦੇ ਬਿਹੇਵੀਅਰ ਨੂੰ ਸਮਝਦੇ ਹਾਂ ਅਤੇ ਇਟ ਮੀਨਸ ਅਸੀਂ ਕੀ ਸਮਝ ਰਹੇ ਹਾਂ, ਅਸੀਂ ਸਾਈਕੋਲੋਜੀ ਨੂੰ ਟੱਚ ਕਰਦੇ ਪਏ ਹਾਂ। ਅਸੀਂ ਅਗਰ ਸਮਝ ਰਹੇ ਹਾਂ, ਜੇ ਅਸੀਂ ਸੁਸਾਇਟੀ ਦੇ ਵਿੱਚ ਸੁਸਾਇਟੀ ਨੂੰ ਸਮਝਣਾ, ਜਾਤ ਰੰਗ ਧਰਮ ਨਸਲ ਸਮਝ ਰਹੇ ਹਾਂ, ਇਟ ਮੀਨਸ ਅਸੀਂ ਸੁਸਾਇਟੀ ਦੀ ਗੱਲ ਕਰ ਰਹੇ ਹਾਂ। ਜੇ ਅਸੀਂ ਇਕਨੋਮਿਕ ਡਿਸੀਜ਼ਨ ਨੂੰ ਸਮਝਣਾ, ਫਿਰ ਅਸੀਂ ਇਕੋਨਮੀ ਵੀ ਸਮਝਦੇ ਹਾਂ। ਸੋ ਸਾਨੂੰ ਸਭ ਕੁਝ, ਅਗਰ ਅਸੀਂ ਹੁਣ ਇਹ ਜਿਹੜੇ ਚਾਰਟਸ ਬਣਾਏ ਆ, ਦੇਖੋ ਆਪਾਂ ਇਹ ਚਾਰਟਸ ਆਪਾਂ ਬਣਾਏ ਆ, ਕੁਝ ਕੀਤਾ, ਇਹ ਕੀ ਹੈ? ਇਹ ਹੈਗਾ ਸਟੈਟ ਦੇ ਮੈਥਡਸ ਹੈਗੇ ਆ, ਸਟੈਟਿਸਟਿਕ ਦੇ ਮੈਥਡਸ ਨੇ, ਅਤੇ ਸਾਨੂੰ ਇਹਨੂੰ ਵੀ ਸਮਝਣਾ ਪੈਂਦਾ ਆ ਕੁਛ ਹੱਦ ਤੱਕ ਕਿ ਅਸੀਂ ਕਿਵੇਂ ਐਕਸਪਲੇਨੇਸ਼ਨ ਦੇਣੀ ਆ। ਇਸੇ ਤਰ੍ਹਾਂ ਹੀ ਕੁਝ ਜਿਹੜੀਆਂ ਮੈਥਡਸ ਨੇ ਸਾਨੂੰ ਮੈਥਮੈਟਿਕਸ ਦੀਆਂ ਵੀ ਸਮਝਣੇ ਪੈਂਦੇ ਆ। ਤੋ ਮੁੱਕਦੀ ਗੱਲ ਇਹ ਰਹੀ ਕਿ ਫੋਕਸ ਇਸ ਗੱਲ 'ਤੇ ਕੀਤਾ ਜਾਣ ਲੱਗ ਗਿਆ ਕਿ ਜੇ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਣਾ ਆ ਤਾਂ ਸਾਨੂੰ ਅੱਜ ਦੀ ਘਟਨਾ ਜਿਹੜੀ ਹੈ ਉਹ ਜਿਹੜਾ ਹੈ ਲੋਕਾਂ ਦਾ ਮਾਈਂਡ ਸੈੱਟ ਪਹਿਲਾਂ ਬਣ ਚੁੱਕਾ ਹੈ। ਉਸ ਮਾਈਂਡ ਸੈੱਟ ਉਸ ਘਟਨਾ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਹਿਸਟਰੀ 'ਚ ਪਈਆਂ ਹੈ। ਤੋ ਜੇ ਅਸੀਂ ਪੋਲੀਟਿਕਸ ਨੂੰ ਸਮਝਣਾ ਹੈ, ਜਿਹੜਾ ਫੋਕਸ ਕੀਤਾ ਜਾਣ ਲੱਗ ਗਿਆ ਕੰਟੈਂਪਰੇਰੀ ਫੇਜ਼ ਦੇ ਵਿੱਚ, ਉਹ ਫੋਕਸ ਇਹ ਕੀਤਾ ਜਾਣ ਲੱਗ ਗਿਆ ਕਿ ਸਾਨੂੰ ਜਿਹੜੇ ਆ ਹਿਸਟਰੀ, ਇਤਿਹਾਸ ਨੂੰ ਸਮਝਣਾ ਪਏਗਾ ਜੇ ਅੱਜ ਦੀ ਰਾਜਨੀਤੀ ਸਮਝਣੀ ਹੈ ਤਾਂ, ਜਾਂ ਆਉਣ ਵਾਲੇ ਜਿਹੜੇ ਭਵਿੱਖ ਦੇ ਵਿੱਚ ਰਾਜਨੀਤੀ ਵੱਲੋਂ ਕਿਹੜੇ ਨਿਰਣੇ ਲਏ ਜਾਣਗੇ ਉਹਨਾਂ ਨੂੰ ਬਰੀਕੀ ਨਾਲ ਸਮਝਣਾ ਹੈ ਤਾਂ ਸਾਨੂੰ ਹਿਸਟਰੀ ਸਮਝਣੀ ਪਏਗੀ। ਇਸੇ ਤਰ੍ਹਾਂ ਹੀ ਸੁਸਾਇਟੀ ਸਮਝਣੀ ਪਏਗੀ, ਸਾਈਕੋਲੋਜੀ ਮਨੁੱਖ ਦੀ ਸਮਝਣੀ ਪਏਗੀ, ਕਿਉਂਕਿ ਜੋ ਅੱਜ ਦੀ ਸਾਈਕੋਲੋਜੀ ਹੈ ਮਨੁੱਖ ਦੀ, ਉਹਦੇ ਉੱਪਰ ਜਿਹੜੇ ਆ ਪ੍ਰਭਾਵ, ਪੁਰਾਣੀ ਹਿਸਟਰੀ ਦਾ ਪ੍ਰਭਾਵ ਜਾਂ ਜੋ ਪ੍ਰੀਵੀਅਸ ਘਟਨਾਵਾਂ ਵਾਪਰੀਆਂ ਉਹਨਾਂ ਦਾ ਪ੍ਰਭਾਵ ਮਨੁੱਖ ਦੇ ਮਨ ਅਤੇ ਦਿਮਾਗ 'ਤੇ ਰਹਿੰਦਾ ਹੈ। ਸੋ ਇਸੇ ਤਰ੍ਹਾਂ ਹੀ ਇਕੋਨਮੀ ਨੂੰ, ਸਾਨੂੰ ਇਕਨੋਮਿਕਸ ਨੂੰ ਸਮਝਣਾ ਪਏਗਾ, ਅਤੇ ਇਹਨਾਂ ਸਾਰਿਆਂ ਨੂੰ ਐਕਸਪਲੇਨੇਸ਼ਨ ਕਰਨ ਦੇ ਲਈ, ਐਕਸਪਲੇਨ ਕਰਨ ਦੇ ਲਈ ਸਾਨੂੰ ਮੈਥਮੈਟਿਕਸ ਦੇ ਅਤੇ ਸਟੈਟਿਸਟਿਕ ਦੇ ਜਿਹੜੇ ਨੇ ਟੂਲਸ ਯੂਜ਼ ਕਰਨੇ ਪੈਣਗੇ। ਸੋ ਇਫ ਵੀ ਵਾਂਟ ਟੂ ਅੰਡਰਸਟੈਂਡ ਪੋਲੀਟਿਕਸ ਇਨ ਹੋਲਿਸਟਿਕ ਵੇ ਤਾਂ ਸਾਨੂੰ ਜਿਹੜਾ ਇੰਟਰਡਿਸਿਪਲਿਨਰੀ ਅਪਰੋਚ ਰੱਖਣੀ ਪਵੇਗੀ। ਸੋ ਪੋਲੀਟਿਕਸ ਨੂੰ ਸਮਝਣ ਦੇ ਲਈ ਸਾਨੂੰ ਬਾਕੀ ਸਾਰੇ ਸਬਜੈਕਟ ਨੂੰ ਨਾਲ ਸਮਝਣਾ
ਪਏਗਾ। ਤੇ ਇਹ ਸਾਰਾ ਕੁਝ ਜੋ ਵੀ ਅਸੀਂ ਕਰ ਰਹੇ ਹਾਂ ਇਹ ਕਾਹਦੇ ਲਈ ਕਰਾਂਗੇ, ਕਿਉਂਕਿ ਅੱਜ ਜਿਹੜਾ ਆ ਪੋਲੀਟੀਕਲ ਸਾਇੰਸ ਦੇ ਵਿੱਚ ਥਿਊਰੀ ਬਿਲਡਿੰਗ ਤੇ ਜਿਹੜਾ ਹੈ ਨਾ ਉਹ ਐਮਫਸਾਈਜ਼ ਕੀਤਾ ਜਾਂਦਾ ਹੈ ਕਿ ਜਿਹੜੀ ਥਿਊਰੀ ਹੈ ਉਹਨੂੰ ਜਿਹੜਾ ਆ ਉਹ ਜਿਹੜਾ ਹੈ ਉਹ ਬਿਲਡ ਕੀਤਾ ਜਾਵੇ। ਜਦੋਂ ਥਿਊਰੀ ਬਿਲਡਿੰਗ ਜਿਹੜੀ ਹੈ ਇਹ ਬੜੀ ਇੰਪੋਰਟੈਂਟ ਹੈ। ਅਗਰ ਥਿਊਰੀ ਬਿਲਡ ਹੋਏਗੀ ਤਾਂ ਜਿਹੜਾ ਹੈ ਉਹਨੂੰ ਦੁਬਾਰਾ ਵੈਰੀਫਾਈ ਕੀਤਾ ਜਾਊਗਾ, ਫਿਰ ਉਸ ਤੋਂ ਬਾਅਦ ਨਵਾਂ ਸਿਧਾਂਤ ਕੱਢਿਆ ਜਾਏਗਾ। ਥਿਊਰੀ ਬਿਲਡਿੰਗ ਇੱਕ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਜਾਣ ਲੱਗ ਗਿਆ ਕੰਪੈਰੇਟਿਵ ਪੋਲੀਟਿਕਸ ਦੇ ਵਿੱਚ, ਤਾਂ ਜੋ ਅਸੀਂ ਜਿਹੜੀਆਂ ਹੈ ਨਾ ਜਿਹੜੀਆਂ ਡਿਫਰੈਂਟ ਪੋਲੀਟੀਕਲ ਸਿਸਟਮਸ ਨੂੰ, ਡਿਫਰੈਂਟ ਜਿਹੜੇ ਆ ਇਨਫਰਾਸਟਰਕਚਰਸ ਨੂੰ ਉਹ ਜਿਹੜਾ ਆ ਚੰਗੀ ਤਰ੍ਹਾਂ ਸਮਝ ਸਕੀਏ। ਚੰਗੀ ਤਰ੍ਹਾਂ ਡਿਫਰੈਂਟ ਇਨਫਰਾਸਟਰਕਚਰਸ ਨੂੰ ਸਮਝਣ ਦੇ ਲਈ ਸਾਨੂੰ ਅਸੀਂ ਕੰਪੈਰੇਟਿਵ ਮੈਥਡਸ ਯੂਜ਼ ਕਰਦੇ ਹਾਂ। ਕੰਪੈਰੇਟਿਵ ਮੈਥਡਸ ਜਿਹੜੇ ਆ ਉਹ ਸਾਨੂੰ ਹੈਲਪ ਕਰਦੇ ਆ ਥਿਊਰੀ ਬਿਲਡਿੰਗ ਦੇ ਲਈ। ਗ੍ਰੈਜੂਅਲੀ ਜਿਹੜਾ ਹੈ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਥਿਊਰੀ ਬਿਲਡਿੰਗ ਕਿਵੇਂ ਕੀਤੀ ਜਾਂਦੀ ਹੈ ਪੋਲੀਟੀਕਲ ਸਾਇੰਸ ਦੇ ਵਿੱਚ, ਉਹਦੇ ਲਈ ਕਿਹੜੇ ਮੈਥਡਸ ਯੂਜ਼ ਕੀਤੇ ਜਾਂਦੇ ਆ। ਐਂਡ ਨੈਕਸਟ ਵੀਡੀਓ ਯੂ ਵਿਲ ਸੀ ਕਿ ਉਹਨੂੰ ਕਿਵੇਂ ਕੀਤਾ ਜਾਂਦਾ ਹੈ। ਸੋ ਐਕਚੁਅਲੀ ਕੀ ਹੈ ਕਿ ਅਸੀਂ ਪੋਲੀਟੀਕਲ ਸਿਸਟਮ ਨੂੰ ਸਮਝਣਾ ਆ। ਦੇਖੋ ਹੁਣ ਤੱਕ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਕਿ ਜੇ ਪੋਲੀਟਿਕਸ ਨੂੰ ਸਮਝਣਾ ਆ ਤਾਂ ਸਾਨੂੰ ਸਮਝਣਾ ਪਏਗਾ, ਜੇ ਪੋਲੀਟਿਕਸ ਨੂੰ ਸਮਝਣਾ ਹੈ ਤਾਂ ਸਾਨੂੰ ਅਸੀਂ ਕੀ ਗਵਰਨਮੈਂਟ ਨੂੰ ਸਮਝਣਾ ਅਜੇ ਤੱਕ ਅਸੀਂ ਕਾਹਦੀ ਸਟੱਡੀ ਕੀਤੀ, ਸਟੇਟ ਦੀ, ਫਿਰ ਸਟੱਡੀ ਕੀਤੀ ਗਵਰਨਮੈਂਟ ਦੀ। ਤੋ ਹੁਣ ਸਟੱਡੀ ਕਾਹਦੀ ਹੋ ਰਹੀ ਆ, ਨੈਕਸਟ ਸਟੈਪ ਹੈਗਾ ਹੈ ਪੋਲੀਟਿਕਸ ਦੀ। ਪਹਿਲਾਂ ਸਟੱਡੀ ਸਟੇਟ ਦੀ ਗਈ, ਸਟੇਟ ਦੇ ਅਸੀਂ ਬੜੇ ਈਜ਼ੀਲੀ ਇੰਨੀ ਗੱਲ ਕਹਿ ਦਿੱਤੀ ਕਿ ਸਟੇਟ ਦਾ ਤਾਂ ਹੈ ਜੀ 4 ਐਲੀਮੈਂਟਸ ਹੈਗੇ, ਇੱਕ ਟੈਰੀਟਰੀ ਹੈ, ਟੈਰੀਟਰੀ ਤੋਂ ਬਾਅਦ ਜਿਹੜੀ ਹੈ ਪਾਪੂਲੇਸ਼ਨ ਹੈ, ਪਾਪੂਲੇਸ਼ਨ ਤੋਂ ਬਾਅਦ ਜਿਹੜੀ ਆ ਉਹ ਗਵਰਨਮੈਂਟ ਹੈ, ਗਵਰਨਮੈਂਟ ਤੋਂ ਬਾਅਦ ਜਿਹੜੀ ਆ ਉਹ ਸੋਵਰੇਨਿਟੀ ਹੈ। ਇਹ ਇਹਦੇ 4 ਐਲੀਮੈਂਟਸ ਬਣ ਗਏ ਤਾਂ ਸਟੇਟ ਬਣ ਗਈ। ਇਸੇ ਤਰ੍ਹਾਂ ਆਪਾਂ ਗਵਰਨਮੈਂਟ ਦੀ ਗੱਲ ਕੀਤੀ ਹੈ, ਲੈਜਿਸਲੇਚਰ ਹੈ, ਐਗਜ਼ੀਕਿਊਟਿਵ ਹੈ ਤੇ ਜੁਡੀਸ਼ਰੀ ਹੈ। ਇਹ 3 ਆਰਗਨਸ ਹੋ ਗਏ, ਇਹ 3 ਆਰਗਨਸ ਹੋ ਗਏ ਗਵਰਨਮੈਂਟ ਦੇ, ਤਾਂ ਇੱਕ ਗਵਰਨਮੈਂਟ ਬਣ ਗਈ। ਅਗਰ ਅਸੀਂ ਸਟੱਡੀ ਕਰਨੀ ਆ ਸਟੇਟ ਦੀ ਤਾਂ ਸਾਨੂੰ ਸਿਰਫ ਕੀ ਸਮਝਣਾ ਪਏਗਾ, ਟੈਰੀਟਰੀ ਸਮਝਣੀ ਪਏਗੀ, ਪਾਪੂਲੇਸ਼ਨ ਸਮਝਣੀ ਪਏਗੀ, ਤਾਂ ਸਾਨੂੰ ਜਿਹੜੀ ਆ ਗਵਰਨਮੈਂਟ ਸਮਝਣੀ ਪਊਗੀ ਜਾਂ ਸੋਵਰੇਨਿਟੀ ਸਮਝਣੀ ਪਊਗੀ। ਤੋ ਇਸ ਦੇ ਵਿੱਚ ਕੁਝ ਹੋਰ ਐਡ ਨਹੀਂ ਕੀਤਾ ਜਾ ਸਕਦਾ। ਜਦੋਂ ਤੁਸੀਂ ਇਹ ਸਮਝ ਲਿਆ ਤੁਸੀਂ ਸਟੇਟ ਸਮਝ ਲਈ। ਅਗਰ ਤੁਸੀਂ ਗਵਰਨਮੈਂਟ ਸਮਝਣੀ ਹੈ, 3 ਗੱਲਾਂ ਸਮਝਣੀਆਂ ਤੁਸੀਂ ਗਵਰਨਮੈਂਟ ਸਮਝ ਲਈ, ਪਰ ਗਵਰਨਮੈਂਟ ਦੀ ਅਗਰ ਫੰਕਸ਼ਨਿੰਗ ਸਮਝਣੀ ਆ ਕਿ ਡਿਸੀਜ਼ਨ ਕਿਵੇਂ ਲਏ ਜਾਂਦੇ ਆ, ਕਿਉਂ ਕਾਨੂੰਨ ਬਣਾਏ ਜਾਂਦੇ ਆ, ਇਹ ਕਾਨੂੰਨ ਬਣਨ ਦਾ ਰੀਜ਼ਨ ਕੀ ਹੈ, ਗਵਰਨਮੈਂਟ ਕਿਹੜੇ ਤੱਤਾਂ ਤੋਂ ਪ੍ਰਭਾਵਿਤ ਹੁੰਦੀ ਹੈ ਕਾਨੂੰਨ ਬਣਾਉਣ ਦੇ ਲਈ, ਤਾਂ ਫਿਰ ਸਾਨੂੰ ਕੀ ਸਮਝਣਾ ਪਏਗਾ, ਦੈਨ ਵੀ ਹੈਵ ਟੂ ਅੰਡਰਸਟੈਂਡ ਪੋਲੀਟਿਕਸ। ਤੋ ਜੇ ਅਸੀਂ ਐਗਜ਼ੀਕਿਊਟਿਵ ਸਮਝਣੀ ਆ ਕਿ ਕਾਨੂੰਨ ਲਾਗੂ ਕੀਤੇ ਗਏ ਆ, ਕਈ ਵੱਲਾਂ ਤੋਂ ਲੋਕਾਂ ਨੇ ਕਾਨੂੰਨ ਮੰਨਣ ਤੋਂ ਰਿਲੈਕਟੈਂਟ ਹੋ ਗਏ ਆ, ਰੈਵੋਲੂਸ਼ਨ ਹੋ ਰਹੀ, ਸਾਰਾ ਕੁਝ ਹੋ ਰਿਹਾ, ਇਹਦੇ ਲਈ ਸਾਨੂੰ ਕੀ ਸਮਝਣਾ ਪਊਗਾ, ਮਾਈਂਡਸੈਟ ਆਫ ਦਾ ਪੀਪਲ, ਮਾਈਂਡਸੈਟ ਆਫ ਦਾ ਸੋਸਾਇਟੀ, ਪ੍ਰੀਵੀਅਸ ਇਨਸੀਡੈਂਟਸ ਜਿਹੜੇ ਲੋਕਾਂ ਦੇ ਮਾਈਂਡ 'ਤੇ ਅਸਰ ਕੀਤਾ। ਸੋ ਸਾਨੂੰ ਪੋਲੀਟਿਕਸ ਸਮਝਣੀ ਪਊਗੀ। ਤੋ ਦੇਖੋ ਇੱਕ ਜੁਡੀਸ਼ਰੀ ਇਸੇ ਤਰ੍ਹਾਂ ਕਿ ਜੁਡੀਸ਼ਰੀ ਦੇ ਕਿਹੜਾ ਰੋਲ ਰਿਹਾ ਉਹਨਾਂ ਦੇ ਨਿਰਣੇ ਦੇਣ ਦੇ ਲਈ। ਹੁਣ ਗੱਲ ਇਹ ਆਉਂਦੀ ਹੈ ਕਿ ਅਸੀਂ ਪੋਲੀਟਿਕਸ ਨੂੰ ਸਮਝ ਰਹੇ ਹਾਂ ਤਾਂ ਕੁਝ ਨਵੇਂ ਸਿਧਾਂਤ 20th ਸੈਂਚੁਰੀ ਦੇ ਵਿੱਚ ਜਿਹੜੇ ਆ ਨਾ ਉਹ ਘੜੇ ਗਏ, ਕੁਝ ਨਵੇਂ ਸਿਧਾਂਤ ਦਿੱਤੇ ਗਏ ਡਿਫਰੈਂਟ ਪੋਲੀਟੀਕਲ ਸਾਇੰਟਿਸਟਸ ਵੱਲੋਂ। ਉਹਨਾਂ ਦੇ ਵਿੱਚ ਇੱਕ ਸਿਧਾਂਤ ਹੈ ਪੋਲੀਟੀਕਲ ਸਿਸਟਮ। ਲਾਈਕ ਦੇਖੋ ਤੁਸੀਂ ਗਵਰਨਮੈਂਟ ਦੀ ਗੱਲ ਕਰੋਗੇ ਤਾਂ ਗਵਰਨਮੈਂਟ ਦੇ 3 ਹੀ ਆਰਗਨਸ ਰਹਿਣਗੇ ਵੈਨ ਵੀ ਆਰ ਟਾਕਿੰਗ ਅਬਾਊਟ ਗਵਰਨਮੈਂਟ। ਸੋ ਫਰੈਂਡਸ ਇਹ 3 ਹੀ ਆਰਗਨਸ ਰਹਿਣਗੇ, ਗਵਰਨਮੈਂਟ ਦੇ ਆਰਗਨਸ ਵੱਧ ਨਹੀਂ ਸਕਦੇ, ਗਵਰਨਮੈਂਟ ਦੇ ਆਰਗਨ ਘੱਟ ਨਹੀਂ ਸਕਦੇ। ਅਤੇ ਜੇ ਤੁਸੀਂ ਇਹਨਾਂ 3 ਆਰਗਨਸ ਨੂੰ ਸਮਝ ਲਿਆ ਤਾਂ ਇਟ ਮੀਨਸ ਤੁਸੀਂ ਗਵਰਨਮੈਂਟ ਨੂੰ ਸਮਝ ਲਿਆ, ਬਟ ਐਜ਼ ਸਿੰਪਲ ਐਜ਼ ਦੈਟ। ਤੋ ਪਰ ਅਗਰ ਤੁਸੀਂ ਪੋਲੀਟੀਕਲ ਸਿਸਟਮ ਹੁਣ ਡਿਸੀਜ਼ਨ ਲਏ ਜਾਂਦੇ ਆ ਲੈਜਿਸਲੇਚਰ ਵੱਲੋਂ, ਇਹ ਡਿਸੀਜ਼ਨ ਮੇਕਿੰਗ ਬਾਡੀ ਹੈ, ਪਰ ਅਗਰ ਗਵਰਨਮੈਂਟ ਹੈ ਸੇਮ ਹੈ, ਇਹਨੂੰ ਅਗਰ ਸਮਝਣਾ ਹੋਵੇ ਤੁਸੀਂ ਨਵਾਂ ਜਿਹੜਾ ਹੈ ਸਿਧਾਂਤ ਉਹ ਆਇਆ ਪੋਲੀਟੀਕਲ ਸਿਸਟਮ, ਕਿ
ਇਹਨੂੰ ਪੋਲੀਟਿਕਸ ਅਸੀਂ ਕੀ ਸਮਝਣਾ ਹੈ, ਪੋਲੀਟੀਕਲ ਸਿਸਟਮਸ ਨੂੰ ਸਮਝਣਾ ਪਏਗਾ, ਜਿਹੜੇ ਡਿਫਰੈਂਟ ਪੋਲੀਟੀਕਲ ਸਿਸਟਮਸ ਨੇ ਉਹ ਕਿਵੇਂ ਕੰਮ ਕਰਦੇ ਆ। ਸੋ ਜਿਹੜੀ ਗਵਰਨਮੈਂਟ ਹੈ ਫਿਜ਼ੀਕਲੀ, ਕਿ ਤੁਸੀਂ ਦੇਖੇ ਜਾਓ 2 ਇਨਸਾਨ ਖੜੇ ਕਰ ਲੈਂਦੇ ਹੋ ਤੁਸੀਂ, ਸੁਪੋਜ਼ ਇਹਨੂੰ ਬੜੀ ਸੌਖੇ ਤਰੀਕੇ ਨਾਲ ਪੋਲੀਟੀਕਲ ਸਿਸਟਮ ਨੂੰ, ਤੇ ਅਗਰ ਗਵਰਨਮੈਂਟ ਨੂੰ ਡਿਫਰੈਂਸ਼ੀਏਟ ਕਰਨਾ ਹੋਵੇ, ਵੀ ਕੈਨ ਡਿਫਰੈਂਸ਼ੀਏਟ ਲਾਈਕ ਦਿਸ, ਕਿ ਜੇ ਅਸੀਂ 2 ਇਨਸਾਨ ਖੜੇ ਕਰ ਲੈਂਦੇ ਹਾਂ, ਉਹਨਾਂ ਨੂੰ ਬਾਹਰੋਂ ਦੇਖਦੇ ਹੋ ਤੁਸੀਂ, ਤੁਹਾਨੂੰ ਉਹਨਾਂ ਦੀ ਦਿੱਖ ਦੇ ਵਿੱਚ ਫਰਕ ਹੁੰਦਾ ਆ, ਮੇ ਬੀ ਫਰੋਮ ਦਾ ਜੈਂਡਰ ਸਾਈਡ, ਮੇ ਬੀ ਫਰੋਮ ਦਾ ਫੀਚਰ, ਜਿਹੜੇ ਉਹਨਾਂ ਦੇ ਫਿਜ਼ੀਕਲ ਫੀਚਰ ਆ, ਕਿਸੇ ਦਾ ਨੱਕ ਮੋਟਾ ਆ, ਕਿਸੇ ਦਾ ਪਤਲਾ ਆ, ਕੋਈ ਜਿਹੜਾ ਆ ਉਹ ਬਹੁਤ ਸੌਫਟ ਸਪੋਕਨ ਆ, ਕੋਈ ਜਿਹੜਾ ਸੌਫਟ ਸਪੋਕਨ ਨਹੀਂ ਆ, ਕਿਸੇ ਦੀ ਜਿਹੜੇ ਆ ਉਹ ਰੰਗ ਗੋਰਾ ਆ, ਕਿਸੇ ਦਾ ਕਾਲਾ ਆ। ਸੋ ਜਦੋਂ ਤੁਸੀਂ 2 ਜਾਂ 3 ਜਾਂ 10 ਜਾਂ 15 ਇਨਸਾਨ ਖੜੇ ਕਰਦੇ ਹੋ, ਤੇ ਇੱਕ ਇਨਸਾਨ ਦਾ ਜਾਂ ਇੱਕ ਵਿਅਕਤੀ ਦਾ ਦੂਸਰੇ ਨਾਲ ਫਿਜ਼ੀਕਲ ਫੀਚਰ, ਰੰਗ ਦੇ ਵਿੱਚ ਜਿਹੜਾ ਆ ਸੁਭਾਅ 'ਚ ਫਰਕ ਹੋਊਗਾ। ਸੋ ਦਿਸ ਇਜ਼ ਕਾਲਡ ਕਿ ਉਹ ਡਿਫਰੈਂਟ ਗਵਰਨਮੈਂਟਸ ਹੈ। ਕੋਈ ਗਵਰਨਮੈਂਟ ਟੋਟਲੀਟੇਰੀਅਨ ਫਾਰਮ ਆਫ ਗਵਰਨਮੈਂਟ ਹੈ, ਕੋਈ ਗਵਰਨਮੈਂਟ ਜਿਹੜੀ ਹੈ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ, ਕੋਈ ਡਿਕਟੇਟਰਸ਼ਿਪ ਫਾਰਮ ਆਫ ਗਵਰਨਮੈਂਟ ਹੈ, ਕੋਈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ, ਕੋਈ ਓਲੀਗਾਰਕੀ ਫਾਰਮ ਆਫ ਗਵਰਨਮੈਂਟ ਹੈ, ਕੋਈ ਐਰਿਸਟੋਕ੍ਰੇਸੀ ਫਾਰਮ ਆਫ ਗਵਰਨਮੈਂਟ ਹੈ, ਕੋਈ ਸੋਸ਼ਲਿਸਟ ਫਾਰਮ ਆਫ ਗਵਰਨਮੈਂਟ ਹੈ, ਇਹ ਕੋਈ ਜਿਹੜੀ ਹੈ ਉਹ ਮਤਲਬ ਡਿਕਟੇਟਰਸ਼ਿਪ ਫਾਰਮ ਆਫ ਗਵਰਨਮੈਂਟ ਹੈ। ਮੰਨ ਕੇ ਅਸੀਂ ਇਹ ਚੱਲਦੇ ਹਾਂ ਕਿ ਜਿਵੇਂ ਇੱਕ ਇਨਸਾਨ ਦੀ ਸ਼ਕਲ ਜਿਹੜੀ ਆ ਬਾਰ-ਬਾਰ ਤੋਂ ਹੈਗੀ ਸੇਮ ਹੈ, ਬੋਡੀ ਦਾ ਸਟਰਕਚਰ ਸੇਮ ਹੈ, ਉਹੀ ਨੱਕ, ਉਹੀ ਕੰਨ, ਉਹੀ ਸਭ ਕੁਝ ਬਾਹਰੋਂ ਸੇਮ ਦਾ ਸੇਮ ਨਜ਼ਰ ਆਉਂਦਾ ਆ, ਤਾਂ ਉਹ ਕੀ ਹੈ ਕਿ ਉਹ ਸਾਰੀਆਂ ਸਰਕਾਰਾਂ ਆ, ਥੋੜ੍ਹੇ ਬਹੁਤੇ ਸੁਭਾਅ ਦੇ ਵਿੱਚ ਕੰਮ ਉਹਨਾਂ ਦੇ 'ਚ ਫਰਕ ਹੈ, ਤਾਂ ਉਹ ਕੀ ਹੈਗਾ ਐਕਚੁਅਲੀ ਲਾਈਕ ਗਵਰਨਮੈਂਟ। ਤੁਸੀਂ ਉਹਨਾਂ ਨੂੰ ਦੇਖੋਗੇ ਸਾਰੇ ਤੁਹਾਨੂੰ ਬਾਹਰੋਂ ਸੇਮ ਇੱਕੋ ਜਿਹੇ ਨਜ਼ਰ ਆਉਣਗੇ, ਪਰ ਉਹਨਾਂ ਦੀ ਜਿਹੜਾ ਆ ਕਿਸੇ ਦਾ ਰੰਗ ਗੋਰਾ, ਕਾਲਾ, ਮੋਟੇ, ਉਹ ਡਿਫਰੈਂਟ ਫਾਰਮ ਆਫ ਗਵਰਨਮੈਂਟਸ ਆ ਗਏ, ਕਿ ਗਵਰਨਮੈਂਟਸ ਜਿਹੜੀਆਂ ਨੇ ਉਹਨਾਂ ਦੀ ਬੇਸਿਕ ਸਟਰਕਚਰ ਸੇਮ ਰਹੇਗਾ। ਕਿ ਅਗਰ ਮਨੁੱਖ ਹੋਏਗਾ, ਮਨੁੱਖ ਦਾ ਬੇਸਿਕ ਸਟਰਕਚਰ ਸੇਮ ਰਹੇਗਾ, 2 ਅੱਖਾਂ, ਇੱਕ ਨੱਕ, ਇੱਕ ਮੂੰਹ, 2 ਕੰਨ, ਉਹ ਸੇਮ ਸਟਰਕਚਰ ਸੇਮ ਰਹੇਗਾ। ਜਿਵੇਂ ਲੈਜਿਸਲੇਚਰ, ਐਗਜ਼ੀਕਿਊਟਿਵ ਤੇ ਜੁਡੀਸ਼ਰੀ ਸੇਮ ਹੈ, ਉਹਨੇ ਮਿਲ ਕੇ ਕੀ ਬਣਾਤੀ, ਇੱਕ ਸਰਕਾਰ। ਇਸੇ ਤਰ੍ਹਾਂ ਹੀ ਪੋਲੀਟੀਕਲ ਸਿਸਟਮ ਜਿਹੜਾ, ਹੁਣ ਤੁਸੀਂ ਇਨਸਾਨਾਂ ਦੇ ਅੰਦਰਲੇ ਸਿਸਟਮ ਨੂੰ ਦੇਖੋ, ਡਿਫਰੈਂਟ ਨਹੀਂ ਹੋਏਗਾ। ਕੰਨ ਸੁਣਨਗੇ ਹੀ, ਕੰਨਾਂ ਨੇ ਉਸੇ ਤਰੀਕੇ ਦੇ ਨਾਲ ਹੀ ਅੰਦਰੋਂ ਉਹਦੇ ਵਾਲੀ ਜਿਹੜਾ ਸਿਸਟਮ ਸੈੱਟ ਹੈ, ਜਿਵੇਂ ਕਿ ਗੋਰੇ ਦੇ ਕੰਨ ਅੰਦਰੋਂ ਕੁਦਰਤ ਨੇ ਸਟਰਕਚਰ ਫਿੱਟ ਕੀਤਾ, ਉਸੇ ਤਰ੍ਹਾਂ ਹੀ ਕਾਲੇ ਵਿਅਕਤੀ ਦਾ ਫਿੱਟ ਕੀਤਾ ਹੈ। ਜਿਸ ਤਰ੍ਹਾਂ ਮੋਟੇ ਨੱਕ ਵਾਲੇ ਦਾ ਫਿੱਟ ਕੀਤਾ ਹੈ, ਉਸੇ ਤਰ੍ਹਾਂ ਪਤਲੇ ਨੱਕ ਵਾਲੇ ਦੇ ਕੰਨ ਦਾ ਸਿਸਟਮ, ਜਾਂ ਉਹਦਾ ਡਾਈਜੈਸਟਿਵ ਸਿਸਟਮ, ਜਾਂ ਉਹਦਾ ਹਾਰਟ ਸਿਸਟਮ, ਇਸੇ ਤਰ੍ਹਾਂ ਹੀ ਜਿਹੜੇ ਸਿਸਟਮ ਹੈ ਇਹ ਸੇਮ ਰਹਿਣਗੇ। ਇਸੇ ਤਰ੍ਹਾਂ ਹੀ ਜਿਹੜਾ ਸਿਸਟਮ ਹੈ, ਜਿਵੇਂ ਉਹ ਵੱਖਰਾ ਹੈ, ਮਨੁੱਖ ਦਾ ਜਿਹੜਾ ਬਾਹਰੀ ਸਟਰਕਚਰ ਜਿਹੜਾ ਆ ਉਹ ਇੱਕ ਕਿਸਮ ਦਾ ਸੇਮ, ਜਿਹੜਾ ਆ ਉਹ ਅੰਦਰੂਨੀ ਸਿਸਟਮ ਜਿਹੜਾ ਆ ਮਨੁੱਖ ਦਾ ਸੇਮ ਰਹਿੰਦਾ ਹੈ। ਹੱਥ ਵੀ ਉਹੀ ਕੰਮ ਕਰਨਗੇ, ਇਸ ਤਰ੍ਹਾਂ ਹੱਥਾਂ ਤੋਂ ਵੀ ਉਹੀ ਕੰਮ ਲਿਆ ਜਾਊਗਾ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਵਿਅਕਤੀ ਦੀ ਬਾਡੀ, ਕਿਉਂਕਿ ਸਾਇੰਟੀਫਿਕ ਥਿਊਰੀਜ਼ ਮੰਨੀਆਂ ਜਾ ਰਹੀਆਂ, ਜੋ ਅੱਜ ਦੀਆਂ ਪੋਲੀਟੀਕਲ ਸਾਇੰਸ ਦੀਆਂ ਥਿਊਰੀਜ਼ ਸੀਗੀਆਂ ਜੋ ਨਵੀਂ ਆਈ, ਤਾਂ ਉਹਦੇ ਵਿੱਚ ਕੀ ਆ ਕਿ ਜਿੰਨੇ ਨੈਚੁਰਲ ਸਾਇੰਸਿਸ ਦੇ ਮੈਥਡਸ ਨੇ ਪੋਲੀਟੀਕਲ ਸਾਇੰਸ 'ਚ ਯੂਜ਼ ਕੀਤੇ ਜਾਣ ਲੱਗੇ। ਇਸੇ ਤਰ੍ਹਾਂ ਹੀ ਜੋ ਹੱਥ ਕੰਮ ਕਰੇਗਾ, ਸਾਰਿਆਂ ਦੇ ਹੱਥਾਂ ਦਾ ਸਟਰਕਚਰ ਉਹੀ ਕੰਮ ਕਰਦਾ, ਗੋਰੇ ਦਾ ਵੀ, ਕਾਲੇ ਦਾ ਵੀ। ਤਾਂ ਇਸ ਅੰਦਰੋਂ ਸਿਸਟਮ ਸੇਮ ਹਨ। ਇਸੇ ਤਰ੍ਹਾਂ ਹੀ ਜਿਵੇਂ ਵਿਅਕਤੀ ਦੀ ਬਾਡੀ ਬਹੁਤ ਸਾਰੇ ਸਬ ਸਿਸਟਮ 'ਚ ਬਣੀ ਹੁੰਦੀ ਆ, ਇਸੇ ਤਰ੍ਹਾਂ ਹੀ ਇੱਕ ਪੋਲੀਟੀਕਲ ਜਿਹੜਾ ਸਿਸਟਮ ਹੈ ਬਹੁਤ ਸਾਰੇ ਸਬ ਸਿਸਟਮ ਤੋਂ ਬਣਿਆ ਹੈ। ਚਾਹੇ ਉਹ ਡਿਸੀਜ਼ਨ ਮੇਕਿੰਗ ਵਾਲੇ ਸਬ ਸਿਸਟਮ ਤੋਂ ਬਣਿਆ, ਚਾਹੇ ਉਹਦੇ ਵਿੱਚ ਰਿਲੀਜਨ ਆ, ਚਾਹੇ ਉਹਦੇ ਵਿੱਚ ਕਾਸਟ ਹੈ, ਬਹੁਤ ਸਾਰੇ ਸਬ ਸਿਸਟਮਸ ਕੰਮ ਕਰਦੇ ਆ ਇੱਕ ਸਿਸਟਮ ਦੇ ਵਿੱਚ, ਅਤੇ ਹਰ ਸਿਸਟਮ ਇੱਕ ਦੂਸਰੇ ਉੱਪਰ ਇੰਟਰਡਿਪੈਂਡੈਂਟ ਹੈ। ਤੋ ਇਹ ਜਦੋਂ ਤੁਸੀਂ ਕਿਸੇ ਵੀ, ਔਰ ਜਿਹੜੇ ਸਿਸਟਮ ਹੈ ਇਹ ਜਿਹੜੇ ਆ ਇਹ ਕੰਮ ਕਰਨਾ, ਇਹਨਾਂ ਦਾ ਜਿਹੜਾ ਜਦੋਂ ਇਹ ਹੁੰਦੇ ਪੋਲੀਟੀਕਲ ਸਿਸਟਮ ਕੰਮ ਕਰਦਾ ਆ, ਕੁਝ ਇਸ ਵਿੱਚ ਅਸੀਂ ਹਰ ਸਿਸਟਮ ਦੇ ਵਿੱਚ ਕੁਝ ਇਨਪੁਟ ਕਰਦੇ ਹਾਂ। ਜਿਵੇਂ ਡਾਈਜੈਸਟਿਵ ਸਿਸਟਮ ਦੇ ਵਿੱਚ ਅਸੀਂ ਕੁਛ ਪਾਇਆ, ਇਹਦੇ ਵਿੱਚ ਡਿਮਾਂਡ, ਪੋਲੀਟੀਕਲ ਸਿਸਟਮ 'ਚ ਕੁਝ ਡਿਮਾਂਡ ਗਈ, ਕੁਝ ਸਪੋਰਟ ਗਈ। ਇਸੇ ਤਰ੍ਹਾਂ ਹੀ ਇਹ ਮਸ਼ੀਨਰੀ ਹੈ, ਇਸ ਮਸ਼ੀਨਰੀ ਦੇ ਵਿੱਚ ਇਸ ਦੀ ਐਗਜ਼ਾਮਪਲ ਡੇਵਿਡ ਈਸਟਨ ਦਿੰਦੇ ਆ ਵੀ ਖੰਡ ਮਿਲ ਦੇ ਵਿੱਚ ਅਸੀਂ ਕੀ ਪਾਇਆ
गन्ना पाया तो बिजली गई विच सपोर्ट बिजली गई तो गन्ना गया उन्हें बाहर की कढ़िया खंड बना के कढ़ी इत्थे असीं की कवांगे पोलिटिकल सिस्टम ने की कढ़िया डिसीजन तो सेम काम ही अमेरिका का पोलिटिकल सिस्टम करता है सेम काम ही इंडिया का पोलिटिकल सिस्टम करता है सेम काम ही रशिया का पोलिटिकल सिस्टम करता है सेम काम ही जिहड़ा है वो चाइना का कर रहा और इराक का भी सेम तरीके काम कर रहा पोलिटिकल सिस्टम जिहड़े वो सेम रहणगे और ये जिहड़े ने इन्हां दे काम करन दी सीमा हुंदी आ इन्हां दी फिजिकल कोई सीमा नहीं हुंदी गवर्नमेंट दी जां स्टेट दी फिजिकल बाउंड्रीज हुंदियां आ जबकि पोलिटिकल सिस्टम दियां जिहड़ियां बाउंड्रीज ने फंक्शनल बाउंड्रीज हुंदियां है लैजिसलेचर दी फंक्शनल बाउंड्री है जिहड़ी रिलीजन दी फंक्शनल बाउंड्री है एग्जीक्यूटिव दी फंक्शनल बाउंड्री है तो ये सारियां बाउंड्रीज इस तरह रहिंदियां सो पोलिटिकल सिस्टम कहते हैं सेम रहते हैं काम करते हैं सोसाइटी के लिए एक इन्वायरमेंट दे विच आ सारा इन्वायरमेंट है नैशनल और इंटरनैशनल इन्वायरमेंट है जिहदे विच पोलिटिकल सिस्टम काम करता है सो कहा जाता है जे तुसीं पॉलिटिक्स नूं समझना है तो सब तो पहला सानूं की है उत्थों दे सारे सब सिस्टम पोलिटिकल सिस्टम्स नूं समझना पऊगा ਹੁਣ ਜਿਹੜਾ ਪੋਲੀਟੀਕਲ ਸਿਸਟਮ ਹੈ ਇਸ এনवायरमेंट ਵਿੱਚ ਕੰਮ ਕਰਦਾ ਹਰ ਇੱਕ ਮੁਲਕ ਦਾ ਆਪਣਾ ਡਿਫਰੈਂਟ এনवायरमेंट ਹੁੰਦਾ ਹੈ ਡਿਫਰੈਂਟ এনवायरमेंट ਮੀਨਸ ਇੰਡੀਆ ਦਾ এনवायरमेंट ਦੇ ਵਿੱਚ ਅਸੀਂ ਪੋਲੀਟਿਕਸ ਵਿੰਨਿਆ ਜਾਤ ਧਰਮ ਰੰਗ ਨਸਲ ਤੋਂ ਬਹੁਤ ਪ੍ਰਭਾਵਿਤ ਹੈ ਜਾਤ ਤੋਂ ਬਹੁਤ ਪ੍ਰਭਾਵਿਤ ਹੈ ਸਾਡੇ ਕੋਲ ਪੋਲੀਟੀਕਲ ਪਾਰਟੀਜ਼ ਜਾਤ ਤੇ ਧਰਮ ਦੇ ਨਾਮ ਤੇ ਹੈਗੀਆਂ ਸੋ ਜੇ ਤੁਸੀਂ ਸੇਮ ਵੇ ਇੰਗਲੈਂਡ 'ਚ ਚਲੇ ਜਾਓ ਉੱਥੇ ਵੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ ਉੱਥੇ ਵੀ ਜਿਹੜੀ ਹੈ यू कैन से डेमोक्रेसी है बट इंडियन तो यूके दी पार्लीमेंटरी फॉर्म ऑफ गवर्नमेंट का वो सब सिस्टम की फर्क है उत्थे धर्म इन्ना ज़्यादा राजनीति ते प्रभाव नहीं पाउंदा जिन्ना प्रभाव जां जात इन्ना प्रभाव नहीं पाउंदी राजनीति ते जिन्ना पर उत्थों दे एनवायरमेंट का फर्क है मीनस उत्थों दे पोलिटिकल कल्चर का फर्क है साढ़े इत्थे पोलिटिकल कल्चर दे विच जिहड़ा आ बहुत ज़्यादा फर्क है एक सिस्टम जिहड़ा है दूसरे पोलिटिकल कल्चर जिहड़ा आ वो प्रभावित करता है तो जो तुसीं ये गल करदे हो साडा पोलिटिकल कल्चर उन्हां दे पोलिटिकल कल्चर तो बहुत ज़्यादा प्रभावित साडा पोलिटिकल कल्चर जिहड़ा जात रंग धर्म नस्ल तो बहुत प्रभावित है जबकि उन्हां दा पोलिटिकल कल्चर इस तो प्रभावित नहीं है साढ़े इत्थे जिहड़ा आ अपनी पार्टी तो दूसरी पार्टी दे विच शिफ्ट होना बड़ी आम गल है इंग्लैंड दे विच ये आम गल नहीं है कि तुसीं जिहड़ा अपनी पोलिटिकल पार्टी नूं छड्ड के चोणां तो बाद दूसरी पार्टी 'च चले जांदे हो साडे मुल्क दे विच जिहड़ा है रिश्वत जिहड़ी आ उहनूं एक आम मुद्दा मन्निया जांदा आ तो एक आम जी घटना हैगी आ तो उन्हां दी राजनीति दे विच नहीं है सो हर एक मुल्क दा वो जिहड़े लोग ने अपनी परंपरावां नूं बहुत प्यार करदे अपने राजे नूं बहुत प्यार करदे आ वो राजतंत्र नूं नहीं छड्डना चाहुंदे साडे लोग जल्दी ही अपनी कन्वेंशनस नूं गिव अप कर भी दिंदे आ इंडियंस सो साडे ते उन्हां दे जिहड़े राजनीतिक कल्चर दे विच उत्थों दे उन्हां दा राजनीतिक कल्चर बहुत खुला है साडा जिहड़ा थोड़ा जिहा कंपैरेटिवली उन्हां दे संकीर्ण है उन डेमोक्रेसी इत्थे भी चल रही है बट उस स्केल की डेमोक्रेसी साडे इंडिया दे विच नहीं है सो असीं कह सकते हैं कि पोलिटिकल करप्शन होने करके मे बी इलिटरेसी में भी फैक्टर्स बहुत सारे हैं पर उन्हां दे करके भारत की जिहड़ी राजनीति है ये डिफरेंट तरीके नाल चल रही है यूके की राजनीति नालों सो सानू जिहड़ा आ जदों असीं किसी भी पोलिटिकल कल्चर नूं समझ सिस्टम नूं समझना है तो सानू उत्थों दा पोलिटिकल कल्चर जरूर समझना पऊगा तो जे तां सानू फिर उत्थों दी पोलिटिकल सोशलाइजेशन भी समझनी पऊगी कि जिहड़ी है ना पोलिटिकल सोशलाइजेशन जिहड़ी है वो किवें वर्क करदी है हुण तुसीं देखो पोलिटिकल सोशलाइजेशन मीनस कि ਤੁਹਾਡੇ ਪੋਲੀਟੀਕਲ ਆਈਡੀਆ सोसाइटी ਵਿੱਚ ਕਿੱਦਾਂ मूव ਕਰਦੇ ਆ ਇੱਦਾਂ मूव ਕਰਦੇ ਆ ਬੜੀ ਹਿੰਡਰੈਂਸਿਸ ਵੇ ਨਾਲ ਸਲੋਲੀ ਪੋਲੀਟੀਕਲ ਆਈਡੀਆਜ਼ ਇੰਜ मूव ਕਰਦੇ ਆ ਪੋਲੀਟੀਕਲ ਆਈਡੀਆਜ਼ ਜਿਹੜੇ ਆ ਉਹ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਚੱਲਦੇ ਆ ਸੋ ਇਹਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੇ ਤਾਂ ਡਿਕਟੇਟਰਸ਼ਿਪ ਫਾਰਮ ਆਫ ਗਵਰਨਮੈਂਟ ਹੈ ਤੁਹਾਡੀ ਰਾਜਨੀਤਿਕ ਵਿਚਾਰਧਾਰਾ सोसाइटी ਦੇ ਵਿੱਚ मूव ਕਰੇਗੀ ਲਾਈਕ बहुत
ਸਲੋਲੀ ਬੜੀ ਡਿਕਟੇਟਰਸ਼ਿਪ ਫਾਰਮ ਆਫ ਗਵਰਨਮੈਂਟ ਦੇ ਵਿੱਚ ਬੜੀ ਹੌਲੀ ਹੌਲੀ ਤੁਸੀਂ ਗਵਰਨਮੈਂਟ ਤੋਂ ਚੋਰੀ ਗੱਲ ਕਰੋਗੇ, ਆਪਣੀ ਕੋਈ ਪੋਲੀਟੀਕਲ ਵਿਊਜ਼ ਦੇਣੇ ਆ, ਤੁਸੀਂ ਇੱਕ ਸਾਈਡ ਨੂੰ ਬੈਠ ਕੇ ਕਰੋਗੇ ਤਾਂ ਕੋਸ਼ਿਸ਼ ਇਹ ਕਰੋਗੇ ਕਿ ਗਵਰਨਮੈਂਟ ਤੱਕ ਉਹ ਗੱਲ ਨਾ ਪਹੁੰਚੇ ਡਿਕਟੇਟਰਸ਼ਿਪ, ਕਿਉਂਕਿ ਗਵਰਨਮੈਂਟ ਜਿਹੜੀ ਉਹ ਸਜ਼ਾ ਦੇ ਸਕਦੀ ਆ। ਅਤੇ ਜੇ ਇਹੀ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਗੱਲ ਕਰੋਗੇ, ਮੇ ਬੀ ਇਨ UK ਔਰ ਅਮੈਰੀਕਾ ਤੁਹਾਡੀ ਪੋਲੀਟੀਕਲ ਆਈਡੀਆਜ਼ ਦੀ ਜਿਹੜੀ ਹੈ ਨਾ ਐਕਸਪ੍ਰੈਸ ਕਰਨ ਦੀ ਸਪੀਡ ਬਹੁਤ ਫਾਸਟ ਹੈ, ਫਟਾਫਟ ਤੁਸੀਂ ਕਰ ਰਹੇ ਹੋ, ਗਵਰਨਮੈਂਟ ਤੁਹਾਨੂੰ ਨਹੀਂ ਕਰਦੀ। ਜੇ ਇੰਡੀਆ ਵਿੱਚ ਕਰਦੇ ਹੋ, ਇੰਡੀਆ ਦੇ ਵਿੱਚ ਇਸ ਤਰ੍ਹਾਂ ਥੋੜ੍ਹੀ ਜਿਹੀ ਸਲੋ, ਕਿਉਂਕਿ ਇੱਥੇ ਵੀ ਪੋਲੀਟਿਕਸ ਵੱਲੋਂ ਤੁਹਾਨੂੰ ਜਿਹੜਾ ਹੈ ਕਈ ਵਾਰੀ ਜਿਹੜਾ ਹੈ ਸਨਬ ਕੀਤਾ ਜਾਂਦਾ ਤੁਹਾਡੇ ਪੋਲੀਟੀਕਲ ਆਈਡੀਆਜ਼ ਨੂੰ। ਤਾਂ ਜੇ ਅਸੀਂ ਕਿਸੇ ਡਿਕਟੇਟਰਸ਼ਿਪ ਮੁਲਕ 'ਚ ਕਰਦੇ ਹਾਂ, ਉਹਦੀ ਸਪੀਡ ਬਹੁਤ ਸਲੋ ਹੈ। ਜਿੱਥੇ ਜੇ ਡੈਮੋਕ੍ਰੇਸੀ ਹੈ ਉੱਥੇ ਬਹੁਤ ਜੀ सेमी जो थोड़ा मतलब जैसे वैसे डेमोक्रेसी चल रही है, तो चाहे तो लार्जेस्ट डेमोक्रेसी ऑफ द वर्ल्ड ही हो, उतो थोड़ा जा स्लो, थोड़ा लिटिल बिट स्पीड स्लो होंगी है। सो ये पोलिटिकल सोशलाइजेशन मीनस कि सोसाइटी में तुहाडे पोलिटिकल आइडियाज़ की मूवमेंट की स्पीड कितनी है, कि जे तो तुसी पोलिटिकल आइडिया बड़ी तेज़ी नाल उत्थे मूव कर रहे हैं, तुसी अपनी ਜਿਹੜੀਆਂ ਟਰਡੀਸ਼ਨਸ ਨੂੰ ਪੋਲੀਟੀਕਲ ਟਰਡੀਸ਼ਨਸ ਨੂੰ ਪੋਲੀਟੀਕਲ ਆਈਡੀਆਜ਼ ਨੂੰ ਨੈਕਸਟ ਜਨਰੇਸ਼ਨ ਨੂੰ ਬੜੀ ਖੁੱਲ੍ਹੇ ਤਰੀਕੇ ਨਾਲ ਪਾਸ ਕਰ ਰਹੇ ਹੋ, ਤੁਹਾਡੇ ਪੋਲੀਟੀਕਲ ਆਈਡੀਆਜ਼ ਬੜੇ ਹੀ ਤੇਜ਼ੀ ਨਾਲ ਸਰਪਾਸ ਹੋ ਰਹੇ ਨੇ, ਦੈਨ ਸਪੀਡ ਇਜ਼ ਵੈਰੀ ਫਾਸਟ। ਜੇ ਉਸ ਤੋਂ ਘੱਟ ਤਰੀਕੇ ਨਾਲ ਦੈਨ ਇਜ਼ ਸਲੋ, ਐਂਡ ਜੇ ਡਿਕਟੇਟਰਸ਼ਿਪ ਆ ਤਾਂ ਹੋਰ ਜ਼ਿਆਦਾ ਸਲੋ ਹੋਊਗਾ। ਸੋ ਦਿਸ ਇਜ਼ ਇਹ ਸਾਨੂੰ ਅਗਰ ਅਸੀਂ ਅਕੋਰਡਿੰਗ ਟੂ ਜਿਹੜਾ ਹੈ ਰੋਬਰਟ ਏਡਾਹਲ, ਡੇਵਿਡ ਏਸਟਨ ਔਰ ਐਲਮੰਡ ਐਂਡ ਪਾਵਲ ਪਰਟੀਕੂਲਰਲੀ, ਜੇ ਅਸੀਂ ਪੋਲੀਟਿਕਸ ਨੂੰ ਸਮਝਣਾ ਤਾਂ ਸਾਨੂੰ ਪੋਲੀਟੀਕਲ ਸੋਸ਼ਲਾਈਜੇਸ਼ਨ ਨੂੰ ਵੀ ਸਮਝਣਾ ਪਊਗਾ। ਇਸੇ ਤਰ੍ਹਾਂ ਹੀ ਜੇ ਅਸੀਂ ਪੋਲੀਟਿਕਸ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਸਾਨੂੰ ਇਹ ਸਮਝਣਾ ਪਊਗਾ, ਹੁਣ ਜੇ ਅਗਰ ਪੋਲੀਟੀਕਲ ਸੋਸ਼ਲਾਈਜੇਸ਼ਨ ਦੀ ਸਪੀਡ ਫਾਸਟ ਹੈ, ਇਟ ਮੀਨਸ ਪੋਲੀਟੀਕਲ ਪਾਰਟੀਸੀਪੇਸ਼ਨ ਦੀ ਸਪੀਡ ਵੀ ਬੜੀ ਫਾਸਟ ਹੋਊਗੀ। ਪੋਲੀਟੀਕਲ ਪਾਰਟੀਸੀਪੇਸ਼ਨ ਦੀ ਸਪੀਡ ਵੀ ਫਾਸਟ ਹੋਊਗੀ ਅਤੇ ਲੋਕ ਖੁੱਲ੍ਹੇਆਮ ਪੋਲੀਟੀਕਲ ਪਾਰਟੀਸੀਪੇਸ਼ਨ ਜਿਹੜੀ ਹੈ ਉਹ ਕਰਨਗੇ। ਅਗਰ ਪੋਲੀਟੀਕਲ ਪਾਰਟੀਸੀਪੇਸ਼ਨ ਦੀ ਸਪੀਡ ਜਿਹੜੀ ਹੈ ਉਹ ਨੈਚੁਰਲੀ ਲੋਕ, ਮੈਂ ਇੱਕ ਵਾਰੀ ਇੱਕ ਵੀਡੀਓ ਦੇਖ ਰਹੀ ਸੀ ਅਮੈਰੀਕਨਸ ਦੀ, ਤਾਂ ਉਸ ਟਾਈਮ 'ਤੇ ਡੋਨਲਡ ਟਰੰਪ ਦੀ ਜਿਹੜੇ ਸੀਗੇ ਉਹ ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ, ਔਰ ਲੋਕ ਐਜੀਟੇਟ ਕਰ ਰਹੇ ਸੀ ਅਗੇਂਸਟ ਦਾ ਡੋਨਲਡ ਟਰੰਪ। ਅਤੇ ਉਹ ਕੀ ਕਰ ਰਹੇ ਸੀਗੇ, ਉਹ ਟਰੰਪ ਦੇ ਜਿਹੜਾ ਸੀ ਨਾ ਇੱਕ ਬੜਾ ਵੱਡਾ ਇਮੇਜ ਬਣਾ ਕੇ ਉਹਨਾਂ ਨੇ ਗੁਬਾਰਾ ਸਟਾਈਲ ਉਹਦੇ ਵਿੱਚ ਹਵਾ ਭਰੀ ਹੋਈ ਸੀ, ਐਂਡ ਉਸ ਦੇ ਥੱਲੇ ਉਹਨਾਂ ਨੇ ਟਾਇਰਸ ਲਗਾ ਕੇ ਤਾਂ ਇੱਕ ਉਹਨੂੰ ਰੇੜੀ ਦੀ ਤਰ੍ਹਾਂ ਰੋੜ ਰਹੇ ਸੀਗੇ। ਹੌਲੀ ਹੌਲੀ ਇੱਕ ਜਣਾ ਉਸੇ ਜਿਹੜੇ ਬੈਲੂਨ ਨੂੰ ਲੈ ਕੇ ਜਾ ਰਿਹਾ ਸੀ, ਐਵਰੀਬਡੀ ਵਾਜ਼ ਕਿਕਿੰਗ ਔਨ ਟਰੰਪਸ ਬੈਕ, ਉਹ ਵਾਲੇ ਬੈਲੂਨ ਦੇ ਨਾ ਆ ਕੇ ਉਹਨੂੰ ਟਰੰਪ ਦੀ ਜਿਹੜੇ ਸੀ ਪਿੱਠ 'ਤੇ ਕਿੱਕ ਕਰਦੇ ਸੀਗੇ, ਅਤੇ ਉਹ ਜਿਹੜੇ ਸੀ ਆਪਣੀ ਫਰਸਟ੍ਰੇਸ਼ਨ ਨੂੰ ਇੰਜ ਜਿਹੜਾ ਸੀਗਾ ਬਾਹਰ ਕੱਢ ਰਹੇ ਸੀਗੇ। ਤਾਂ ਉਹਦੇ ਨਾਲ ਕੀ ਹੈ ਕਿ ਅਸੀਂ ਆਪਣੇ ਲੀਡਰ ਦੇ ਖਿਲਾਫ ਅਗਰ ਇੰਜ ਕਰਾਂਗੇ ਤਾਂ ਉਹਦੇ ਨਤੀਜੇ ਭੁਗਤਣੇ ਪੈ ਸਕਦੇ ਆ। ਡਿਕਟੇਟਰਸ਼ਿਪ ਫਾਰਮ ਆਫ ਗਵਰਨਮੈਂਟ ਦੇ ਵਿੱਚ ਅਸੀਂ ਇੰਜ ਕਰ ਹੀ ਨਹੀਂ ਸਕਦੇ। ਤਾਂ ਇਹ ਜਿਹੜਾ ਆ ਉਹ ਉਧਰ ਐਕਸਪ੍ਰੈਸਿਵ ਜ਼ਿਆਦਾ ਹੈ। ਪੋਲੀਟੀਕਲ ਪਾਰਟੀਸਪੇਸ਼ਨ, ਲੋਕਾਂ ਦੀ ਵੋਟ ਪਾਉਣ ਦੀ ਗਿਣਤੀ ਜਿਹੜੀ ਆ ਪਰਸੈਂਟੇਜ ਜ਼ਿਆਦਾ ਹੁੰਦੀ ਆ। ਜਿਹੜੇ ਮੋਸਟ ਜਿਹੜੇ ਨੇ ਡਿਵੈਲਪਡ ਨੇਸ਼ਨਸ ਪੋਲੀਟੀਕਲ ਪਾਰਟੀਸਪੇਸ਼ਨ ਜ਼ਿਆਦਾ ਹੁੰਦੀ। ਸਰਕਾਰ ਦੀ ਆਲੋਚਨਾ ਕਰਨ ਦਾ ਤਰੀਕਾ ਜਿਹੜਾ ਆ ਉਹ ਖੁੱਲ੍ਹਾ ਹੁੰਦਾ ਆ, ਔਰ ਉਹਦੇ ਵਿੱਚ ਲੋਕ ਖੁੱਲ੍ਹ ਕੇ ਆਲੋਚਨਾ ਕਰਦੇ, ਉਹਦੇ ਵਿੱਚ ਪਾਰਟੀਸਪੇਸ਼ਨ ਜ਼ਿਆਦਾ ਹੁੰਦੀ ਆ। ਸੋ ਨੈਚੁਰਲੀ ਜਿੰਨੀ ਇਹਦੇ ਵਿੱਚ ਵੀ ਅਸੀਂ ਜਦੋਂ ਪੋਲੀਟਿਕਸ ਨੂੰ ਸਮਝਣਾ ਹੈ ਤਾਂ ਸਾਨੂੰ ਇਹ ਵੀ ਸਮਝਣਾ ਪਏਗਾ ਕਿ ਲੋਕ ਪੋਲੀਟੀਕਲ ਪਾਰਟੀਸਪੇਸ਼ਨ ਕਿੱਦਾਂ ਕਰਦੇ ਆ ਜਾਂ ਇਸ ਤਰ੍ਹਾਂ ਕੀ ਹੁੰਦਾ। ਫਿਰ ਸਾਨੂੰ ਕੀ ਸਮਝਣਾ ਪਊਗਾ, ਜੇ ਅਸੀਂ ਪੋਲੀਟਿਕਸ ਨੂੰ ਸਮਝਣਾ ਆ ਅਤੇ ਉਹਦੇ ਵਿੱਚ ਸਾਨੂੰ ਪੋਲੀਟੀਕਲ ਆਈਡੀਓਲੋਜੀਜ਼ ਨੂੰ ਸਮਝਣਾ ਪਏਗਾ ਕਿ ਪੋਲੀਟੀਕਲ ਆਈਡੀਓਲੋਜੀਜ਼ ਜਿਹੜੀਆਂ ਨੇ ਲਾਈਕ ਲਿਬਰਲਿਜ਼ਮ, ਸੋਸ਼ਲਿਜ਼ਮ ਜਾਂ ਫਾਸਿਜ਼ਮ, ਨਾਜ਼ਿਜ਼ਮ, ਇਹਨਾਂ ਨੇ ਰਾਜਨੀਤੀ ਨੂੰ ਰਾਜਨੀਤੀ ਨੂੰ ਇੰਨਾ ਘੜਨਾ ਹੈ ਸੋਸਾਇਟੀ ਦੇ ਵਿੱਚ। ਜਿਸ ਤਰ੍ਹਾਂ ਇਹ ਮੂਵ ਕਰਨਗੀਆਂ ਪੋਲੀਟੀਕਲ ਆਈਡੀਓਲੋਜੀਜ਼, ਉਵੇਂ ਸੋਸਾਇਟੀ ਅਗਰ ਇਹਨਾਂ ਤੋਂ ਪ੍ਰਭਾਵਿਤ ਹੁੰਦੀ ਹੈ ਤਾਂ ਉਹ ਜਿਹੜੀ ਹੈ ਉਹ ਉਹਨਾਂ ਦੀ ਜਿੰਨੇ ਲੋਕ ਇਹਨਾਂ ਆਈਡੀਓਲੋਜੀਜ਼ ਤੋਂ ਪ੍ਰਭਾਵਿਤ ਹੁੰਦੇ ਆ ਤਾਂ ਫਿਰ ਉਹ ਜਿਹੜੇ ਉਹਦੇ ਅਕੋਰਡਿੰਗ ਆਪਣਾ ਬਿਹੇਵ ਕਰਦੇ ਆ। ਜੇ ਉਹਨਾਂ ਦਾ ਬਿਹੇਵੀਅਰ ਇਹਨਾਂ ਆਈਡੀਓਲੋਜੀਜ਼ ਤੋਂ ਪ੍ਰਭਾਵਿਤ ਹੁੰਦਾ, ਹੁਣ ਤੁਸੀਂ ਦੇਖੋ ਜਰਮਨ ਦੀ ਜਿਹੜੀ
ਰਾਜਨੀਤੀ ਹੈ, ਫਾਸਿਜ਼ਮ ਨੇ ਉਸ ਟਾਈਮ, ਨਾਜ਼ੀਜ਼ਮ ਨੇ ਉਸ ਟਾਈਮ 'ਤੇ ਘੜੀ ਜਦੋਂ ਹਿਟਲਰ ਸੀਗੇ। ਇਸੇ ਤਰ੍ਹਾਂ ਹੀ ਰਸ਼ੀਆ ਦੀ ਸਟਾਲਿਨ ਅਤੇ ਲੈਨਿਨ ਨੇ ਸੋਸ਼ਲਿਜ਼ਮ ਤੋਂ ਪ੍ਰਭਾਵਿਤ ਹੋ ਕੇ, ਇਸੇ ਤਰ੍ਹਾਂ ਹੀ ਸਾਡੇ ਲੋਕ ਜਿਹੜੇ ਆ ਗਾਂਧੀਜ਼ਮ ਤੋਂ ਬਹੁਤ ਪ੍ਰਭਾਵਿਤ ਸੀਗੇ, ਇੰਡੀਅਨਸ। ਤੋ ਜਦੋਂ ਵੀ ਅਸੀਂ ਪੋਲੀਟਿਕਸ ਨੂੰ ਚੰਗੀ ਤਰ੍ਹਾਂ ਸਮਝਣਾ ਆ ਤਾਂ ਸਾਨੂੰ ਬੜੀ ਬਰੀਕੀ ਦੇ ਨਾਲ, ਬਹੁਤ ਮਾਈਨਿਊਟਲੀ ਸੁਸਾਇਟੀ ਦੇ ਵਿੱਚ ਕਿਹੜੀਆਂ ਆਈਡੀਓਲੋਜੀਜ਼ ਮੂਵ ਕਰ ਰਹੀਆਂ ਆ, ਉਹ ਪੋਲੀਟੀਕਲ ਸੋਸ਼ੀਓਲੋਜੀ ਤੋਂ ਹੀ ਸਾਨੂੰ ਸਮਝ ਆਏਗੀ ਨਾ ਜੀ। ਤਾਂ ਪੋਲੀਟੀਕਲ ਆਈਡੀਓਲੋਜੀਜ਼ ਨੂੰ ਸਮਝਣਾ ਜਿਹੜਾ ਹੈ ਨਾ ਉਹ ਬਹੁਤ ਲਾਜ਼ਮੀ ਹੈ, ਕਿਉਂਕਿ ਇਹਨਾਂ ਨੇ ਲੋਕਾਂ ਦਾ ਮਾਈਂਡ ਸੈਟ ਅਤੇ ਸਾਈਕੋਲੋਜੀ ਸੈੱਟ ਕਰਨੀ ਆ। ਐਂਡ ਮਾਈਂਡ ਸੈਟ ਜਿਹੜਾ ਆ ਰਾਜਨੀਤੀ ਨੂੰ ਡੈਫੀਨੇਟਲੀ ਪ੍ਰਭਾਵਿਤ ਕਰਦਾ ਹੀ ਕਰਦਾ ਆ। ਲੋਕ ਇਹਨਾਂ ਆਈਡੀਓਲੋਜੀਜ਼ ਤੋਂ ਪ੍ਰਭਾਵਿਤ ਹੋਣਗੇ, ਉਹਦੇ ਅਕੋਰਡਿੰਗ ਬਿਹੇਵ ਕਰਨਗੇ, ਉਹਦੇ ਅਕੋਰਡਿੰਗ ਵੋਟ ਪਾਉਣਗੇ, ਉਹਦੇ ਅਕੋਰਡਿੰਗ ਸਰਕਾਰ ਦੀ ਆਲੋਚਨਾ ਕਰਨਗੇ। ਸੋ ਇਫ ਵੀ ਵਾਂਟ ਟੂ ਅੰਡਰਸਟੈਂਡ ਪੋਲੀਟਿਕਸ, ਤੋ ਵੀ ਹੈਵ ਟੂ, ਜਾਂ ਫੰਕਸ਼ਨਿੰਗ ਆਫ ਦਾ ਗਵਰਨਮੈਂਟ, ਵੀ ਹੈਵ ਟੂ ਅੰਡਰਸਟੈਂਡ ਪੋਲੀਟੀਕਲ ਆਈਡੀਓਲੋਜੀਜ਼ ਫਸਟ, ਅਤੇ ਉਹਨਾਂ ਦਾ ਪ੍ਰਭਾਵ ਕਿਉਂ। ਇਹਨਾਂ ਪੋਲੀਟੀਕਲ ਆਈਡੀਓਲੋਜੀਜ਼ ਨੂੰ ਸੁਸਾਇਟੀ ਵਿੱਚ ਲੈ ਕੇ ਆਉਣ ਦੇ ਲਈ ਕੀ ਹੈ, ਕੋਈ ਲੀਡਰਸ਼ਿਪ ਹੁੰਦੀ ਆ। ਇਹ ਜੇ ਅਸੀਂ ਪੋਲੀਟੀਕਲ ਆਈਡੀਓਲੋਜੀਜ਼ ਨੂੰ ਸਮਝਾਂਗੇ ਤਾਂ ਸਾਨੂੰ ਉਸ ਲੀਡਰਸ਼ਿਪ ਨੂੰ ਵੀ ਸਮਝਣਾ ਪਊਗਾ। ਸੋ ਪੋਲੀਟੀਕਲ ਆਈਡੀਓਲੋਜੀਜ਼ ਦੇ ਨਾਲ ਨਾਲ ਸਾਨੂੰ ਲੀਡਰਸ਼ਿਪ ਦੀ ਵੀ ਸਟੱਡੀ ਕਰਨੀ ਪਏਗੀ। ਇਫ ਵੀ ਵਾਂਟ ਟੂ ਅੰਡਰਸਟੈਂਡ ਪੋਲੀਟਿਕਸ, ਸੋ ਵੀ ਹੈਵ ਟੂ ਅੰਡਰਸਟੈਂਡ ਪੋਲੀਟੀਕਲ ਆਈਡੀਓਲੋਜੀਜ਼ ਐਂਡ ਪੋਲੀਟੀਕਲ ਲੀਡਰਸ਼ਿਪ, ਹਾਊ ਇਟ ਵਰਕਸ, ਹਾਊ ਇਟ ਇਨਫਲੂਐਂਸ ਦ ਮਾਈਂਡ ਸੈਟਸ ਆਫ ਦ ਪੀਪਲ। ਇਹ ਸਾਡੇ ਲਈ ਬਹੁਤ ਜ਼ਰੂਰੀ ਰਹੇਗਾ ਕਿ ਲੀਡਰਸ਼ਿਪ ਨੂੰ ਦੇਣਾ ਹੈ। ਤੋ ਨੈਕਸਟ ਜਿਹੜਾ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਪੋਲੀਟੀਕਲ ਆਈਡੀਓਲੋਜੀਜ਼ ਮੂਵ ਕਰ ਰਹੀਆਂ, ਅਗਰ ਪੋਲੀਟੀਕਲ ਪਾਰਟਿਸਪੇਸ਼ਨ ਲੋਕ ਕਰ ਰਹੇ ਆ, ਪਰ ਕਿਸ ਤਰ੍ਹਾਂ ਕਰ ਰਹੇ ਆ, ਕਰਦੇ ਤਾਂ ਹੋਣਗੇ ਜਿਹੜੇ ਨਾ ਉੱਥੇ ਸੁਸਾਇਟੀ ਦੇ ਵਿੱਚ ਕੁਝ ਪੋਲੀਟੀਕਲ ਪਾਰਟੀਜ਼ ਨੇ ਜਿਹੜੀਆਂ ਤੁਹਾਡੀ ਮੂਵਮੈਂਟਸ ਨੂੰ, ਲੋਕਾਂ ਦੇ ਮਾਈਂਡ ਸੈਟਸ ਨੂੰ, ਲੋਕਾਂ ਦੀ ਪਬਲਿਕ ਓਪੀਨੀਅਨ ਨੂੰ ਬਿਲਡ ਕਰਦੇ ਆ, ਪਾਰਟੀਸਿਪੇਸ਼ਨ ਨੂੰ ਜਿਹੜਾ ਪ੍ਰਭਾਵਿਤ ਕਰਦੀਆਂ, ਰਾਜਨੀਤਿਕ ਸਹਿਭਾਗਤਾ ਨੂੰ ਪ੍ਰਭਾਵਿਤ ਕਰ ਰਹੀਆਂ ਆ ਪੋਲੀਟੀਕਲ ਪਾਰਟੀਜ਼, ਉਹ ਲੋਕਾਂ ਦੇ ਮਾਈਂਡ ਸੈਟ ਨੂੰ ਸੈੱਟ ਕਰ ਰਹੀਆਂ ਆ। ਔਰ ਉਹ ਸਾਨੂੰ ਪੋਲੀਟੀਕਲ ਪਾਰਟੀਜ਼ ਦੀ ਫੰਕਸ਼ਨਿੰਗ, ਉਹ ਜਾਤ ਤੋਂ ਪ੍ਰਭਾਵਿਤ ਹੈ, ਜਾਂ ਉਹ ਡਿਵੈਲਪਮੈਂਟ ਮੁੱਦਿਆਂ ਨੂੰ ਲੈ ਕੇ ਬਣਾਈਆਂ ਗਈਆਂ ਪੋਲੀਟੀਕਲ ਪਾਰਟੀਜ਼ ਹੈ, ਜਾਂ ਉਹ ਜਿਹੜੀਆਂ ਸਾਡੇ ਇਤਿਹਾਸਿਕ ਜਿਹੜੀਆਂ ਪਰੰਪਰਾਵਾਂ ਨੂੰ ਸਥਾਪਿਤ ਕਰਨ ਲਈ ਬਣਾਈਆਂ ਗਈਆਂ ਪੋਲੀਟੀਕਲ ਪਾਰਟੀਜ਼ ਆ, ਜਾਂ ਰਾਜਨੀਤਿਕ ਮੁੱਦਿਆਂ ਨਾਲ ਰਿਲੇਟਡ ਹੈ, ਜਾਤ, ਧਰਮ, ਰੰਗ, ਨਸਲ, ਇਹਨਾਂ ਤੋਂ ਪ੍ਰਭਾਵਿਤ ਪੋਲੀਟੀਕਲ ਪਾਰਟੀਜ਼ ਹੈ। ਇਫ ਵੀ want to understand politics, how politics is moving in the society, how political ideas are moving in the society, and how people are getting influence of different leaders, तो सानू की समझना पऊगा political parties and its functioning। political parties ਦਾ ਆਧਾਰ ਕਿਹੜਾ ਹੈ, ਕਿਹੜੇ ਆਧਾਰ ਨੂੰ ਲੈ ਕੇ ਬਣਾਈਆਂ ਗਈਆਂ ਹੈ, ਤਾਂ ਸਾਨੂੰ ਪੋਲੀਟੀਕਲ ਪਾਰਟੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਪਊਗਾ ਕਿ ਉਹ ਕਿਵੇਂ ਕੰਮ ਕਰਦੀਆਂ। ਸੋ ਪੋਲੀਟੀਕਲ ਪਾਰਟੀਜ਼ ਆਪਣੀ ਫੰਕਸ਼ਨਿੰਗ ਦੇ ਲਈ, ਜਾਂ ਲੋਕ ਆਪਣੀ ਇੱਛਾ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਲਈ ਕੀ ਕਰਦੇ ਨੇ, ਕੁਝ ਪ੍ਰੈਸ਼ਰ ਗਰੁੱਪਸ ਜਿਹੜੇ ਨੇ ਉਹ ਬਣਾਉਂਦੇ ਆ, ਕੁਝ ਪ੍ਰੈਸ਼ਰ ਗਰੁੱਪਸ ਜਿਹੜੇ ਆ ਉਹ ਬਣਦੇ ਆ। ਸੋ ਇਫ ਵੀ ਵਾਂਟ ਟੂ ਅੰਡਰਸਟੈਂਡ ਪੋਲੀਟਿਕਸ, ਸਾਨੂੰ ਨਾਲ ਕੀ ਸਮਝਣਾ ਪਊਗਾ, ਕੁਝ ਪ੍ਰੈਸ਼ਰ ਗਰੁੱਪਸ ਜਿਹੜੇ ਨੇ ਉਹ ਕਿਉਂ ਬਣਦੇ ਆ, ਪ੍ਰੈਸ਼ਰ ਗਰੁੱਪਸ ਉਹ ਲੋਕਾਂ ਦੇ ਮਾਈਂਡ ਸੈਟ 'ਤੇ ਕਿਵੇਂ ਪ੍ਰਭਾਵ ਪਾਉਂਦੇ ਆ, ਕਿਹੜੇ ਕਿਹੜੇ ਤਰ੍ਹਾਂ ਦੇ ਪ੍ਰੈਸ਼ਰ ਗਰੁੱਪਸ ਹੈਗੇ ਆ, ਉਹ ਜਿਹੜੇ ਨੇ ਉਹ ਕੀ ਲੋਕ ਚਾਹੁੰਦੇ ਆ, ਕੀ ਪ੍ਰੈਸ਼ਰ ਗਰੁੱਪਸ ਜਿਹੜੇ ਨੇ ਉਹ ਸਰਕਾਰ ਨੂੰ ਕਿਸ ਲੈਵਲ ਤੱਕ ਪ੍ਰਭਾਵਿਤ ਕਰਦੇ ਆ। ਹੁਣ ਤੁਸੀਂ ਦੇਖੋ ਕਿ ਭਾਰਤ ਦੀ ਰਾਜਨੀਤੀ ਨੂੰ, ਰਾਜਨੀਤਿਕ ਨਿਰਮਾਣ ਪ੍ਰਕਿਰਿਆ ਨੂੰ ਕਿਸਾਨ ਜਿਹੜੇ ਦਬਾਓ ਸਮੂਹ ਹੈਗੇ ਸੀਗੇ ਫਰੋਮ ਦਾ ਲਾਸਟ ਪ੍ਰੀਵੀਅਸ ਈਅਰਸ ਤੋਂ ਅਗਰ ਦੇਖਿਆ ਜਾਵੇ ਤਾਂ ਪ੍ਰਭਾਵਿਤ ਕੀਤਾ, ਔਰ ਮੋਦੀ ਸਰਕਾਰ ਨੂੰ ਇੰਨਾ ਪ੍ਰਭਾਵਿਤ ਕੀਤਾ ਗਿਆ ਕਿ ਉਹਨਾਂ ਨੂੰ ਆਪਣੇ ਨਿਰਣੇ ਵਾਪਸ ਲੈਣੇ ਪਏ, ਕਿਉਂਕਿ ਲੋਕ ਜਿਹੜੇ ਆ ਉਹ ਸਰਕਾਰ ਦੇ ਵਿਰੁੱਧ ਆ। ਮੈਜੋਰਿਟੀ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਸਾਡੀ 80% ਪਾਪੂਲੇਸ਼ਨ ਜਿਹੜੀ ਆ ਉਹ ਕਿਸਾਨੀ 'ਤੇ ਨਿਰਭਰ ਕਰਦੀ ਹੈ, ਤਾਂ 80% ਪਾਪੂਲੇਸ਼ਨ ਸਰਕਾਰ ਦੇ ਵਿਰੋਧ ਦੇ ਵਿੱਚ ਦਿੱਲੀ ਜਾ ਕੇ ਬੈਠ ਜਾਂਦੀ ਹੈ। तो ਪ੍ਰੈਸ਼ਰ ਗਰੁੱਪਸ ਦੀ ਸਟੱਡੀ ਔਰ ਸਰਕਾਰ ਆਪਣੇ ਨਿਰਣੇ ਵਾਪਸ ਲੈਂਦੇ ਆ। ਇਸੇ ਤਰ੍ਹਾਂ ਹੀ ਜਦੋਂ ਲੋਕ ਜਿਹੜੇ ਆ ਉਹ ਵਰਕਰ ਕਲਾਸ ਹੈ ਉਹ ਪ੍ਰਭਾਵਿਤ ਕਰਦੀ ਆ,
ਸਰਕਾਰ ਦੇ ਨਿਰਣੇ ਨੂੰ, ਜਦੋਂ ਉਹਨਾਂ ਦੇ ਅੰਦੋਲਨ ਚੱਲਦੇ ਆ, ਇਸੇ ਤਰ੍ਹਾਂ ਸਟੂਡੈਂਟ ਮੂਵਮੈਂਟਸ ਜਿਹੜੀਆਂ ਆ ਸਰਕਾਰ ਦੇ ਨਿਰਮਾਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀਆਂ। ਸੋ ਪ੍ਰੈਸ਼ਰ ਗਰੁੱਪਸ ਜਿਹੜੇ ਆ ਸਰਕਾਰ ਦੇ ਡਿਸੀਜ਼ਨ ਮੇਕਿੰਗ ਪ੍ਰਕਿਰਿਆ ਨੂੰ, ਆ ਜਿਹੜੀ ਪੋਲੀਟੀਕਲ ਸਿਸਟਮ ਦੇ ਵਿੱਚ ਆ ਜਿਹੜੀ ਡਿਸੀਜ਼ਨ ਮੇਕਿੰਗ ਹੁੰਦੀ ਆ, ਇਹਨੂੰ ਪ੍ਰਭਾਵਿਤ ਕਰਦੇ ਆ ਪ੍ਰੈਸ਼ਰ ਗਰੁੱਪਸ, ਇਹਨੂੰ ਪ੍ਰਭਾਵਿਤ ਕਰਦੀਆਂ ਪੋਲੀਟੀਕਲ ਪਾਰਟੀਜ਼, ਪੋਲੀਟੀਕਲ ਆਈਡੀਓਲੋਜੀਜ਼। ਇਸ এনवायरमेंट ਦੇ ਵਿੱਚ ਮੂਵ ਕੀਤਾ ਜਾਂਦਾ ਹੈ। ਤਾਂ ਇਸ ਲਈ ਪ੍ਰੈਸ਼ਰ ਗਰੁੱਪਸ ਨੂੰ ਵੀ ਸਮਝਣਾ ਬਹੁਤ ਜ਼ਿਆਦਾ ਅਸੈਂਸ਼ੀਅਲ ਆ ਜੇ ਅਸੀਂ ਰਾਜਨੀਤੀ ਨੂੰ ਚੰਗੀ ਤਰ੍ਹਾਂ, ਕਿਸੇ ਵੀ ਮੁਲਕ ਦੀ ਰਾਜਨੀਤੀ ਨੂੰ, ਜਾਂ ਅਸੀਂ ਕੰਪੈਰੀਜ਼ਨ ਕਰ ਰਹੇ ਹਾਂ ਇੱਕ ਮੁਲਕ ਦੀ ਰਾਜਨੀਤੀ ਦਾ ਦੂਸਰੇ ਮੁਲਕ ਦੇ ਨਾਲ, ਇੱਕ ਮੁਲਕ ਦੇ ਪ੍ਰੈਸ਼ਰ ਗਰੁੱਪਸ ਦਾ ਦੂਸਰੇ ਮੁਲਕ ਦੇ ਪ੍ਰੈਸ਼ਰ ਗਰੁੱਪਸ ਨਾਲ, ਚਾਹੇ ਅਸੀਂ ਕੰਪੈਰੇਟਿਵ ਸਟੱਡੀ ਕਰ ਰਹੇ ਹਾਂ, ਜਦੋਂ ਵੀ ਅਸੀਂ ਸਟੱਡੀ ਕਰ ਰਹੇ ਹਾਂ ਤਾਂ ਸਾਨੂੰ ਸਮਝਣਾ ਪਏਗਾ ਪ੍ਰੈਸ਼ਰ ਗਰੁੱਪਸ ਨੂੰ। ਐਂਡ ਸਾਈਮਲਟੇਨੀਅਸਲੀ ਹੁਣ ਜਿਹੜੀ ਹੈ ਪ੍ਰੈਸ਼ਰ ਗਰੁੱਪਸ ਦੇ ਨਾਲ ਹੁੰਦਾ ਕੀ ਹੈ ਕਿ ਕੁਝ ਐਲੀਟ ਕਲਾਸ ਹੁੰਦੀ ਹੈ, ਕੁਝ ਜਿਹੜੀ ਹੈ ਸੁਸਾਇਟੀ ਵਿੱਚ ਉਹ ਉਹਦਾ ਮੋਟਿਵ ਹੁੰਦਾ ਹੈ ਐਲੀਟ ਕਲਾਸ ਦਾ, ਮੈਂ ਤਾਂ ਜਿਹੜਾ ਪੋਲੀਟੀਕਲ ਪਾਵਰ ਗੇਨ ਕਰਨੀ ਹੈ। ਸੋ ਪੋਲੀਟੀਕਲ ਪਾਵਰ ਗੇਨ ਕਰਨ ਦੇ ਲਈ ਲਾਈਕ ਐਲੀਟ ਕਲਾਸ ਦਾ ਅਲਟੀਮੇਟ ਐਂਡ ਇਹ ਹੁੰਦਾ ਹੈ ਕਿ ਮੈਂ ਪੋਲੀਟੀਕਲ ਪਾਵਰ ਗੇਨ ਕਰਨੀ ਆ। ਬਟ ਸਮਟਾਈਮਸ ਉਹ ਐਲੀਟਸ ਜਿਹੜੇ ਆ ਉਹ ਸਾਹਮਣੇ ਆ ਕੇ ਪਾਵਰ ਦੇ ਵਿੱਚ ਤਾਂ ਨਹੀਂ ਆਉਂਦੇ। ਮੈਨੇਜੀਰੀਅਲ ਜਿਹੜੇ ਐਲੀਟ ਹੈ ਇਕਨੋਮਿਕ, ਉਹ ਪਿੱਛੋਂ ਜਿਹੜਾ ਆ ਪ੍ਰਭਾਵਿਤ ਕਰਕੇ ਪੋਲੀਟੀਕਲ ਪਾਰਟੀਜ਼ ਨੂੰ, ਪੋਲੀਟੀਕਲ ਲੀਡਰਸ਼ਿਪ ਨੂੰ ਤੇ ਡਿਸੀਜ਼ਨਸ ਨੂੰ ਪ੍ਰਭਾਵਿਤ ਕਰਦੇ ਆ। ਸੋ ਜਦੋਂ ਅਸੀਂ ਪੋਲੀਟਿਕਸ ਨੂੰ ਸਮਝਣਾ ਆ ਤਾਂ ਸਾਨੂੰ ਪੋਲੀਟੀਕਲ ਐਲੀਟਸ ਨੂੰ ਸਮਝਣਾ ਪਊਗਾ। ਐਲੀਟ ਕਲਾਸ ਸੁਸਾਇਟੀ 'ਚ ਕਿਵੇਂ ਵਰਕ ਕਰਦੀ ਹੈ, ਕਿਵੇਂ ਉਹ ਰਾਜਨੀਤੀ ਸੱਤਾ ਉਹਦੇ ਉੱਪਰ ਆਪਣਾ ਕੰਟਰੋਲ ਸਥਾਪਿਤ ਕਰਦੀ ਹੈ। ਇਟ ਮੀਨਸ ਜੇ ਅਸੀਂ ਐਲੀਟ ਕਲਾਸ ਨੂੰ ਸਮਝਾਂਗੇ, ਸਾਨੂੰ ਉਸ ਸੁਸਾਇਟੀ ਦਾ ਪਾਵਰ ਸਟਰਕਚਰ ਵੀ ਸਮਝਣਾ ਪਊਗਾ, ਅਥਾਰਟੀ ਵੀ ਸਮਝਣੀ ਪਏਗੀ। ਜਿਵੇਂ ਇਸ ਗੱਲ ਵਾਸਤੇ ਰੋਬਰਟ ਡਾਹਲ ਬਹੁਤ ਫੋਕਸ ਕਰਦੇ ਆ, ਜੇ ਅਸੀਂ ਪੋਲੀਟਿਕਸ ਨੂੰ ਸਮਝਣਾ ਹੈ ਸਾਨੂੰ ਪਾਵਰ, ਅਥਾਰਟੀ ਤੇ ਲੈਜੀਟੀਮੇਸੀ ਨੂੰ ਸਮਝਣਾ ਪਏਗਾ। ਪਾਵਰ ਮੀਨਸ ਤੁਸੀਂ ਪਾਵਰ ਇਕਨੋਮਿਕ ਵੀ ਹੁੰਦੀ ਆ, ਪਾਵਰ ਸੋਸ਼ਲ ਵੀ ਹੁੰਦੀ ਆ, ਫਿਜ਼ੀਕਲ ਵੀ ਹੁੰਦੀ ਹੈ ਨਾ, ਪੋਲੀਟੀਕਲ ਪਾਵਰ ਵੀ ਹੈ। ਬਟ ਜਦੋਂ ਪੋਲੀਟੀਕਲ ਪਾਵਰ ਵਿਅਕਤੀ ਕੋਲ ਆਉਂਦੀ ਹੈ, ਨੈਚੁਰਲੀ ਅਥਾਰਟੀ ਆ ਜਾਂਦੀ ਹੈ, ਮਤਲਬ ਕਿ ਦੂਸਰੇ ਵਿਅਕਤੀਆਂ ਦੇ ਨਿਰਣੇ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਕਤੀ ਵਿਅਕਤੀ ਕੋਲ ਆ ਗਈ ਅਤੇ ਉਹਨਾਂ ਦੇ ਉੱਪਰ ਅਥਾਰਟੇਟਿਵ ਐਲੋਕੇਸ਼ਨ ਆ ਗਈ। ਇਟ ਮੀਨਸ ਵਿਅਕਤੀ ਕੋਲ ਉਸ ਕੋਲ ਅਥਾਰਟੀ ਆਉਂਦੀ ਆ। ਇਸੇ ਤਰ੍ਹਾਂ ਹੀ ਲੈਜੀਟੀਮੇਸੀ ਆਉਂਦੀ ਹੈ ਜਦੋਂ ਕੌਨਸਟੀਟਿਊਸ਼ਨਲ ਲੀਗਲ ਪਾਵਰ ਆਉਂਦੀ ਹੈ। ਇਟ ਮੀਨਸ ਐਕਚੁਅਲੀ ਪਹਿਲਾਂ ਇਹਨਾਂ ਤਿੰਨਾਂ ਕੌਨਸੈਪਟਸ ਦਾ ਇੱਕ ਹੀ ਮਤਲਬ ਕੱਢ ਲਿਆ ਜਾਂਦਾ ਸੀ। ਤੋ ਰੋਬਰਟ ਡਾਹਲ ਨੇ ਤਿੰਨ ਜਿਹੜੀਆਂ ਧਾਰਨਾਵਾਂ ਦਿੱਤੀਆਂ ਸਾਡੇ ਸਾਹਮਣੇ, ਇੱਕ ਪਾਵਰ, ਇੱਕ ਅਥਾਰਟੀ, ਇੱਕ ਲੈਜੀਟੀਮੇਸੀ, ਕਿ ਇਹਨਾਂ ਤਿੰਨਾਂ ਧਾਰਨਾਵਾਂ ਦੇ ਵਿੱਚ ਕਾਫੀ ਅੰਤਰ ਆ ਜਾਂਦਾ ਹੈ। ਪਾਵਰ ਜਿਹੜੀ ਆ ਉਹ ਡਿਫਰ ਕਰਦੀ ਹੈ ਅਥਾਰਟੀ ਤੋਂ, ਕਿਉਂਕਿ ਅਥਾਰਟੀ ਦੇ ਕੋਲ ਇੱਕ ਅਥਾਰਟੇਟਿਵ ਐਲੋਕੇਸ਼ਨ ਦੀ ਪਾਵਰ ਹੁੰਦੀ ਹੈ। ਸੋ ਅਥਾਰਟੀ ਜਿਹੜੀ ਆ ਉਸ ਕੋਲ ਜਦੋਂ ਇੱਕ ਲੀਗਲ ਪਾਵਰ ਆਉਂਦੀ ਹੈ। ਇਸੇ ਤਰ੍ਹਾਂ ਹੀ ਲੈਜੀਟੀਮੇਸੀ ਜਿਹੜੀ ਆ ਜਦੋਂ ਸੁਪਰ ਪਾਵਰ ਵਿਅਕਤੀ ਕੋਲ ਆ ਜਾਂਦੀ ਹੈ ਸਾਰਿਆਂ ਦੇ ਲਈ ਨਿਰਣੇ ਲੈਣ ਦੀ ਔਰ ਆਪਣੀ ਗੱਲ ਮਨਵਾਉਣ ਦੀ। ਤੋ ਇਸ ਕਰਕੇ ਐਲੀਟ ਕਲਾਸ ਜਿਹੜੀ ਆ ਉਹਦਾ ਪਰਪਸ ਕੀ ਹੈ, ਸਿਰਫ ਪਾਵਰ ਗੇਨ ਕਰਨਾ ਕਿ ਅਥਾਰਟੀ ਤੱਕ ਪਹੁੰਚਣਾ। ਸੋ ਨੈਚੁਰਲੀ ਜਿਹੜੀ ਐਲੀਟ ਕਲਾਸ ਹੈ, ਵਿਸ਼ਿਸ਼ਟ ਵਰਗ ਹੁੰਦਾ ਆ, ਉਹਦਾ ਪਾਵਰ ਜਿਹੜਾ ਪੋਲੀਟੀਕਲ ਪਾਵਰ ਨੂੰ ਗੇਨ ਕਰਨਾ, ਰਾਜਨੀਤਿਕ ਸੱਤਾ ਨੂੰ ਪ੍ਰਾਪਤ ਕਰਨਾ ਉਸ ਦਾ ਮਕਸਦ ਰਹਿੰਦਾ ਹੈ। ਤੋ ਅਸੀਂ ਜਦੋਂ ਪੋਲੀਟਿਕਸ ਦੀ ਸਟੱਡੀ ਕਰਾਂਗੇ ਤਾਂ ਅਸੀਂ ਇਹ ਸਟੱਡੀ ਕਰਾਂਗੇ ਕਿ ਰਾਜਨੀਤੀ ਜਿਹੜੇ ਪੋਲੀਟੀਕਲ ਐਲੀਟਸ ਨੇ ਉਹ ਕਿਵੇਂ ਰਾਜਨੀਤਿਕ ਸੱਤਾ ਤੱਕ ਪਹੁੰਚਣਾ ਚਾਹੁੰਦੇ ਆ, ਕਿਵੇਂ ਉਹ ਸੋਚਦੇ ਆ ਕਿ ਰਾਜਨੀਤਿਕ ਜਿੰਨੇ ਵੀ ਉਹ ਕਹਿ ਸਕਦੇ ਹੋ ਤੁਸੀਂ ਰਿਕਰੂਟਮੈਂਟ ਹੈ, ਰਾਜਨੀਤਿਕ ਨਿਰਣੇ ਆ, ਉਹਨਾਂ ਦੇ ਉੱਪਰ ਸਾਰਾ ਕੰਟਰੋਲ ਇਹਨਾਂ ਦਾ ਹੋਵੇ। ਫਿਰ ਜਦੋਂ ਨਹੀਂ ਹੁੰਦੀ ਤਾਂ ਕਈ ਵਾਰੀ ਕੀ ਹੁੰਦੀ ਹੈ, ਪੋਲੀਟੀਕਲ ਵਾਇਲੈਂਸ ਵੀ ਹੁੰਦੀ ਹੈ। ਤਾਂ ਉਹ ਜਿਹੜੀ ਸੁਸਾਇਟੀ ਦੇ ਵਿੱਚ ਉਹ ਜਿਹੜੀ ਪੋਲੀਟੀਕਲ ਵਾਇਲੈਂਸ ਹੁੰਦੀ ਆ ਉਹਦੀ ਵੀ ਸਟੱਡੀ ਜਿਹੜੀ ਆ ਕੀਤੀ ਜਾਂਦੀ ਹੈ ਇਨ ਦਿਸ। ਜਿਸ ਸੁਸਾਇਟੀ ਉੱਪਰਲਾ ਤਰਦਾ ਫਰੈਂਡਸ ਦੇਖੋ, ਅਗਰ ਅਸੀਂ ਸਮਝ ਲਈ ਅੰਦਰ ਜਾ ਕੇ ਵਾਇਲੈਂਸ ਕਿਉਂ ਹੋਈ ਸੁਸਾਇਟੀ ਦੇ ਵਿੱਚ, ਕਿੰਨੇ ਕਰਵਾਈ, ਧਰਮ ਦੇ ਨਾਂ 'ਤੇ ਹੋਈ ਆ, ਜਾਤ ਦੇ ਨਾਂ 'ਤੇ ਹੋਈ ਆ, ਨਸਲ ਦੇ ਨਾਮ 'ਤੇ ਹੋਈ ਆ, ਡਿਵੈਲਪਮੈਂਟ ਮੁੱਦਿਆਂ ਦੇ ਨਾਮ 'ਤੇ ਹੋਈ ਆ,
ਹੁਣ ਰਸ਼ੀਆ ਦੇ ਵਿੱਚ ਰੈਵੋਲੂਸ਼ਨ ਆਈ 1917 ਦੇ ਵਿੱਚ, ਉਹ ਡਿਵੈਲਪਮੈਂਟ ਇਸ਼ੂਜ਼ ਨੂੰ ਲੈ ਕੇ ਆਈ, ਗਵਰਨਮੈਂਟ ਚੇਂਜ ਕਰ ਦਿੱਤੀ ਗਈ। ਸੇਮ ਵੇ ਇਨ ਮਾਓ ਤਸੇ ਤੁੰਗ ਡਨ ਵਿਦ ਇਨ ਚਾਈਨਾ। ਤੋ ਇਹ ਅਸੀਂ ਉਹ ਵੱਖਰੀ ਵਾਇਲੈਂਸ ਹੈ। ਜਿਵੇਂ ਹੁਣ ਸਾਡੇ 1984 'ਚ ਵਾਇਲੈਂਸ ਹੋਈ, ਫਿਰ 92 ਦੇ ਵਿੱਚ ਹੋਈ, ਬੰਬੇ 'ਚ ਵਾਇਲੈਂਸ ਹੋਈ, 7 ਦੇ ਵਿੱਚ ਗੁਜਰਾਤ 'ਚ। ਅਸੀਂ ਦੇਖਣਾ ਹੈ ਕਿ ਵਾਇਲੈਂਸ ਦੇ ਰੀਜ਼ਨਸ ਕੀ ਹੈ ਉਹ ਸੋਸਾਇਟੀ ਦੇ ਵਿੱਚ। ਉਹ ਸਾਨੂੰ ਐਕਚੁਅਲੀ ਸੋਸਾਇਟੀ 'ਚ ਫੇਰ ਹੀ ਸਮਝ ਲੱਗੇਗਾ ਕਿ ਸੋਸਾਇਟੀ ਦੇ ਵਿੱਚ ਅੰਦਰ ਕੀ ਹੋ ਰਿਹਾ ਹੈ, ਸੋਸਾਇਟੀ ਕਿਵੇਂ ਵਰਕ ਕਰ ਰਹੀ ਹੈ। ਤੋ ਇੱਕ ਵਾਇਲੈਂਸ ਕਦੋਂ ਹੁੰਦੀ ਆ, ਉਹ ਤੋਂ ਸਾਨੂੰ ਪਤਾ ਲੱਗੇਗਾ ਕਿ ਵਾਇਲੈਂਸ ਹੁੰਦੀ ਆ ਜਾਂ ਕਰਵਾਈ ਜਾਂਦੀ ਹੈ, ਇਹਦੇ ਪਿੱਛੇ ਕਿਹੜੇ ਪੋਲੀਟੀਕਲ ਮੋਟਿਵ ਹੁੰਦੇ ਆ, ਜਾਂ ਇਹ ਸੋਸਾਇਟੀ ਦੇ ਵਿੱਚ ਪਨਪ ਰਹੀਆਂ ਕੁਝ ਡਿਸਸੈਟਿਸਫੈਕਸ਼ਨ ਦੇ ਵਿੱਚੋਂ ਨਿਕਲੀ ਹੈ। ਤਾਂ ਸੋਸਾਇਟੀ ਨੂੰ ਅਗਰ ਅਸੀਂ ਪੋਲੀਟਿਕਸ ਨੂੰ ਬਰੀਕੀ ਦੇ ਨਾਲ ਸਮਝਣਾ, ਮਾਈਨਿਊਟਲੀ ਮਾਈਕ੍ਰੋਵੇਵ ਦੇ ਨਾਲ, ਤਾਂ ਸਾਨੂੰ ਵਾਇਲੈਂਸ ਨੂੰ ਚੰਗੀ ਤਰ੍ਹਾਂ ਸਮਝਣਾ ਪਏਗਾ ਇਫ ਵੀ ਵਾਂਟ ਟੂ ਅੰਡਰਸਟੈਂਡ ਪੋਲੀਟਿਕਸ। ਤਾਂ ਇਸੇ ਤਰ੍ਹਾਂ ਹੀ ਜੇ ਅਸੀਂ ਜਿਹੜਾ ਹੈ ਨਾ ਸੋਸਾਇਟੀ ਨੂੰ ਚੰਗੀ ਤਰ੍ਹਾਂ ਸਮਝਣਾ, ਅਤੇ ਸਾਨੂੰ ਸਾਰੇ ਪੋਲੀਟੀਕਲ ਜਿਹੜੇ ਪ੍ਰੋਸੈਸ ਨੇ ਉਹਨਾਂ ਨੂੰ ਸਮਝਣਾ ਪਏਗਾ ਕਿ ਇਹ ਵਾਇਲੈਂਸ ਕਿਉਂ ਹੋਈ, ਡਿਸੀਜ਼ਨ ਮੇਕਿੰਗ ਨੂੰ ਕਿਵੇਂ ਪ੍ਰਭਾਵਿਤ ਕੀਤਾ ਇਹਨਾਂ ਨੇ। ਡਿਸੀਜ਼ਨ ਮੇਕਿੰਗ ਸਾਨੂੰ ਚੰਗੀ ਤਰ੍ਹਾਂ ਸਮਝਣਾ ਪਏਗਾ ਕਿ ਸੋਸਾਇਟੀ ਵਿੱਚ ਡਿਸੀਜ਼ਨ ਮੇਕਿੰਗ ਕਿਵੇਂ ਚੱਲਦੀ ਆ, ਕੀ ਉਹਦੇ ਸਾਰਾ ਕੁਝ ਚੱਲਦਾ ਹੈ। ਤਾਂ ਸਾਨੂੰ ਸੋਸਾਇਟੀ 'ਚ ਜੋ ਕੁਝ ਵੀ ਵਾਪਰ ਰਿਹਾ ਹੈ ਸਾਨੂੰ ਉਹਨੂੰ ਚੰਗੀ ਤਰ੍ਹਾਂ ਸਮਝਣਾ ਪਏਗਾ ਹੀ ਪਏਗਾ। ਸੋ ਜਿਹੜੀ ਪੋਲੀਟੀਕਲ ਪਾਰਟੀਜ਼ ਨੂੰ ਅਸੀਂ ਸਮਝ ਲਿਆ, ਅਸੀਂ ਪ੍ਰੈਸ਼ਰ ਗਰੁੱਪਸ ਨੂੰ ਸਮਝ ਲਿਆ, ਪੋਲੀਟੀਕਲ ਵਾਇਲੈਂਸ ਨੂੰ ਸਮਝ ਲਿਆ, ਸਾਨੂੰ ਰੀਅਲ ਪਿਕਚਰ ਸਮਝ ਆਊਗੀ, ਫਿਰ ਹੀ ਅਸੀਂ ਕੋਈ ਥਿਊਰੀ ਸਹੀ ਬਿਲਡ ਕਰ ਸਕਾਂਗੇ ਕਿ ਸੋਸਾਇਟੀ ਕਿਵੇਂ ਵਰਕ ਕਰਦੀ ਹੈ। ਸੋਸਾਇਟੀ ਦੇ ਵਿੱਚ ਹੋਰ ਸਾਰਾ ਕੁਝ, ਬਹੁਤ ਸਾਰਾ ਕੁਝ ਵਾਪਰਿਆ ਹੁੰਦਾ ਹੈ, ਪਰ ਸਾਨੂੰ ਇੰਝ ਲੱਗਦਾ ਹੈ ਕਿ ਜਿੰਨੇ ਵੀ ਪੋਲੀਟੀਕਲ ਡਿਸੀਜ਼ਨਸ ਨੇ ਉਹ ਸਾਰੇ ਲਏ ਜਾਂਦੇ ਆ ਪੋਲੀਟੀਕਲ ਪਾਰਟੀਜ਼ ਵੱਲੋਂ ਜਾਂ ਗਵਰਨਮੈਂਟ ਵੱਲੋਂ। ਦੇਖਣ ਵਿੱਚ ਇੰਝ ਲੱਗਦਾ ਆ, ਹੈ ਨਾ। ਤੋ ਐਕਚੁਅਲੀ ਇਹਨਾਂ ਡਿਸੀਜ਼ਨ ਨੂੰ ਪ੍ਰਭਾਵਿਤ ਕਰਨ 'ਚ ਪ੍ਰੈਸ਼ਰ ਗਰੁੱਪ, ਪੋਲੀਟੀਕਲ ਵਾਇਲੈਂਸ ਜਿਹੜੀ ਆ, ਜਾਂ ਲੀਡਰ ਉੱਥੋਂ ਦੇ ਸੋਸਾਇਟੀ ਵੀ ਦੇ ਜਿਹੜੀਆਂ ਧਰਮ, ਜਾਤ, ਰੰਗ, ਨਸਲ, ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਇਨਫਰਾਸਟਰਕਚਰ ਆਫ ਦਾ ਸੋਸਾਇਟੀ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਤੋ ਇਹਦੇ ਵਿੱਚ ਕੋਈ ਪੋਲੀਟੀਕਲ ਤੁਸੀਂ ਦੇਖੋ ਬਹੁਤ ਵੱਡੇ ਸਾਡੇ ਸਾਹਮਣੇ ਕਰਪਸ਼ਨ ਦੇ ਕੇਸਿਸ, ਪੋਲੀਟੀਕਲ ਕਰਪਸ਼ਨਸ ਦੇ ਆਉਂਦੇ ਆ। ਤਾਂ ਉਹ ਕਰਪਸ਼ਨ ਕਿਉਂ ਹੋਈ, ਉਹਨਾਂ ਕਰਪਸ਼ਨਸ ਦਾ ਕੀ ਪ੍ਰਭਾਵ ਪਿਆ ਸੋਸਾਇਟੀ 'ਤੇ। ਤਾਂ ਸਾਨੂੰ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਣਾ ਪਊਗਾ। ਆਪਾਂ ਸੋਚਾਂਗੇ ਵਾਈ ਦਿਸ ਹੈਪਨਡ ਇਨ ਦਾ ਸੋਸਾਇਟੀ, ਹੂ ਡਿਡ ਦਿਸ, what was that, whom, when, ਇਹ ਸਾਨੂੰ ਬਹੁਤ ਸਾਰੇ ਕੁਐਸਚਨਸ ਦਾ, ਵੇਅਰ, ਉਹ ਘਟਨਾ ਕਿੱਥੇ ਵਾਪਰੀ, ਉਹਦਾ ਕੀ ਪ੍ਰਭਾਵ ਪਿਆ। ਹੁਣ ਜੋ ਅਸੀਂ ਮੰਨ ਲਈਏ ਕਿ ਗਦਾਫੀ ਨੂੰ ਉੱਥੋਂ ਦੇ ਲੋਕਾਂ ਨੇ, ਪਹਿਲਾਂ ਤਾਂ ਉਹ ਰੱਬ ਸੀ ਉਹਨਾਂ ਦੇ ਲੋਕਾਂ ਦਾ, ਫਿਰ ਆਲ ਆਫ ਸਡਨ ਲੋਕਾਂ ਉਹ ਇੰਨਾ ਤਾਨਾਸ਼ਾਹ ਹੋ ਗਏ ਗਦਾਫੀ ਕਿ ਉਹਨਾਂ ਨੂੰ ਉਹਨਾਂ ਦੇ ਆਪ ਦੇ ਲੋਕਾਂ ਨੇ ਰੈਵੋਲੂਸ਼ਨ ਕਰਕੇ ਮਾਰ ਦਿੱਤਾ। ਹੁਣ ਇਸ ਘਟਨਾ ਨੂੰ ਅਸੀਂ ਸਮਝਣਾ ਪਊਗਾ। ਅਸੀਂ ਸਮਝਾਂਗੇ ਇੰਝ ਕਿਉਂ ਹੋਇਆ, ਇਹ ਕਿੰਨੇ ਕੀਤਾ, ਇਹਦੇ ਪਿੱਛੇ ਕੀ ਪ੍ਰਭਾਵ ਸੀ, ਇਹ ਕੀ ਸੀਗੀ ਘਟਨਾ, ਕਿਹਨਾਂ ਨੇ ਇਹਨੂੰ ਸਰ ਅੰਜਾਮ ਦਿੱਤਾ, ਕਿਵੇਂ ਵਾਪਰਿਆ, ਇਹ ਕਿੱਥੇ ਵਾਪਰਿਆ, ਅਤੇ ਇਹਦੇ ਪਿੱਛੇ ਬੇਸਿਕ ਰੀਜ਼ਨ ਕੀ ਆ। ਅਸੀਂ ਫਿਰ ਨੈਸ਼ਨਲ ਇੰਟਰਨੈਸ਼ਨਲ ਸਾਰੀਆਂ ਫੋਰਸਿਸ ਨੂੰ ਵੇਖਾਂਗੇ ਕਿ ਕਿਹੜੀਆਂ ਫੋਰਸਿਸ, ਇੰਟਰਨਲ ਫੋਰਸਿਸ ਨੇ ਕਿੰਨਾ ਯੋਗਦਾਨ ਪਾਇਆ ਉਸ ਘਟਨਾ ਨੂੰ ਵਾਪਰਨ 'ਚ, ਅਤੇ ਐਕਸਟਰਨਲ ਫੋਰਸਿਸ ਨੇ ਕਿੰਨਾ ਯੋਗਦਾਨ ਪਾਇਆ। ਬਹੁਤ ਸਾਰੇ ਕੁਐਸਚਨਸ ਅਸੀਂ ਲੈ ਕੇ ਚੱਲਾਂਗੇ। ਫਿਰ ਅਸੀਂ ਉਹਨਾਂ ਕੁਐਸਚਨਸ ਦਾ, ਜਦੋਂ ਵੀ ਅਸੀਂ ਥਿਊਰੀ ਬਿਲਡਿੰਗ ਕਰਾਂਗੇ ਪੋਲੀਟੀਕਲ ਸਾਇੰਸ ਦੇ ਵਿੱਚ, ਕੰਪੈਰੇਟਿਵ ਪੋਲੀਟਿਕਸ ਦੇ ਵਿੱਚ, ਅਸੀਂ ਬਹੁਤ ਸਾਰੇ ਕੁਐਸਚਨਸ ਲੈ ਕੇ ਚੱਲਾਂਗੇ। ਉਹਨਾਂ ਕੁਐਸਚਨਸ ਦੇ ਅਸੀਂ ਆਨਸਰ ਲੱਭਾਂਗੇ, ਅਤੇ ਫਿਰ ਹੀ ਅਸੀਂ ਰੀਅਲ ਜਿਹੜੀ ਹੈ ਸਟੱਡੀ ਪੋਲੀਟਿਕਸ ਦੀ ਥਿਊਰੀ ਬਿਲਡ ਕਰ ਸਕਾਂਗੇ। ਤੋ ਇਹਦੇ ਨਾਲ ਸਾਨੂੰ ਜਿੰਨੀਆਂ ਵੀ ਐਕਟੀਵਿਟੀਜ਼ ਇਨ ਦਾ ਸੋਸਾਇਟੀ ਹੋ ਰਹੀਆਂ, ਜਿੰਨੀਆਂ ਵੀ ਪੋਲੀਟੀਕਲ ਐਕਟੀਵਿਟੀਜ਼ ਸੋਸਾਇਟੀ 'ਚ ਵਾਪਰ ਰਹੀਆਂ, ਉਹਨਾਂ ਸਾਰੀਆਂ ਪੋਲੀਟੀਕਲ ਐਕਟੀਵਿਟੀਜ਼ ਦੀ ਸਾਨੂੰ ਜਿਹੜੀ ਹੈ ਨਾ ਉਹ ਚੰਗੀ ਤਰ੍ਹਾਂ ਸਮਝਣਾ ਪਏਗਾ ਕਿ ਇਹ ਪੋਲੀਟੀਕਲ ਐਕਟੀਵਿਟੀਜ਼ ਕਿਉਂ ਵਾਪਰੀਆਂ। ਹੁਣ ਦੇਖਣ ਵਿੱਚ ਆਉਂਦਾ ਹੈ ਕਿ ਸਰਕਾਰ ਨਿਰਣੇ ਲੈਂਦੀ ਹੈ, ਪਰ ਸਰਕਾਰ ਦੇ ਨਾਲ ਜਿਹੜੀ ਬਿਊਰੋਕ੍ਰੇਸੀ ਹੈਗੀ ਆ ਸੋਸਾਇਟੀ ਦੇ ਵਿੱਚ, ਉਹ ਬੜਾ ਮਹੱਤਵਪੂਰਨ ਯੋਗਦਾਨ ਪਾਉਂਦੀ ਆ। ਬਿਊਰੋਕ੍ਰੇਸੀ ਜਿਹੜੀ ਆ ਇਹ ਬੜੀ ਇੰਪੋਰਟੈਂਟ ਹੈ ਕਿ ਇਹ ਸੋਸਾਇਟੀ ਦੇ ਵਿੱਚ ਇਹਨੇ ਕਿਵੇਂ ਕੀ ਵਾਪਰਿਆ। ਉਹ ਨੌਕਰਸ਼ਾਹੀ ਜਿਹੜੀ ਇਹਨੂੰ ਆਪਾਂ ਕਹਿ ਦਿੰਦੇ ਬੈਕਬੋਨ ਆਫ ਦਾ ਸੋਸਾਇਟੀ। ਅਸਲ ਦੇ ਵਿੱਚ ਜਿੰਨੇ ਪੋਲੀਟੀਕਲ ਨਿਰਣੇ ਲਏ ਜਾਂਦੇ ਆ ਦੇਖਣ ਦੇ ਲਈ, ਤਾਂ ਜਿਹੜੇ ਆ ਉਹ ਸਾਰੇ ਡਿਸੀਜ਼ਨ ਮੇਕਿੰਗ ਹੈ ਜਾਂ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਉਹ ਪੋਲੀਟੀਕਲ ਪਾਰਟੀਜ਼ ਵੱਲੋਂ ਬਣਾਏ ਜਾਂਦੇ ਆ, ਬਟ ਥਰੂ ਦਾ ਡੈਲੀਗੇਟਡ ਲੈਜਿਸਲੇਸ਼ਨ ਐਕਚੁਅਲੀ ਫੀਡਬੈਕ ਸਾਰੀ ਜਿਹੜੀ ਆ ਉਹ ਬਿਊਰੋਕ੍ਰੇਸੀ ਵੱਲੋਂ ਦਿੱਤੀ ਜਾਂਦੀ ਹੈ। ਬਿਊਰੋਕ੍ਰੇਸੀ
playing an important role in every society, in every political system. So ਜਦੋਂ ਤੁਸੀਂ ਪੋਲੀਟੀਕਲ ਸਟਰਕਚਰ ਨੂੰ ਸਮਝਣਾ ਚਾਹੁੰਦੇ ਹੋ, ਅਗਰ ਤੁਸੀਂ ਫੁੱਲੀ, ਅਗਰ ਤੁਸੀਂ ਡਿਸੀਜਨ ਮੇਕਿੰਗ ਨੂੰ, ਪੋਲੀਟੀਕਲ ਡਿਸੀਜਨ ਮੇਕਿੰਗ ਨੂੰ ਚੰਗੀ ਤਰ੍ਹਾਂ ਪੂਰਾ ਸਮਝਣਾ ਚਾਹੁੰਦੇ ਹੋ, ਤੇ ਆਪਾਂ ਨੂੰ ਇਹ ਸਾਰੇ ਸਟਰਕਚਰ ਨੂੰ ਸਮਝਣਾ ਪਏਗਾ। ਸੋਸਾਇਟੀ ਵਿੱਚ ਵਾਪਰ ਰਹੀਆਂ ਅੰਦਰੂਨੀ ਘਟਨਾਵਾਂ ਕਿਵੇਂ ਜਿਹੜਾ ਆ ਇੱਕ ਵੱਡੇ ਸਟਰਕਚਰ ਨੂੰ ਪ੍ਰਭਾਵਿਤ ਕਰਦੇ ਆ। these are all subsystem of the society infrastructure ਹੈ ਸਾਡਾ। ਸੋ ਇਸ ਕਰਕੇ ਜਿਹੜਾ ਪੋਲੀਟਿਕਸ ਨੂੰ ਸਮਝਣ ਦੇ ਲਈ ਸਾਨੂੰ ਇਹ ਸਾਰੇ ਫੈਕਟਰਸ ਨੂੰ ਸਮਝਣਾ ਪਏਗਾ। ਤੋ ਇਸ ਤਰ੍ਹਾਂ ਪੋਲੀਟਿਕਸ ਦਾ ਜਿਹੜਾ ਸਕੋਪ ਹੈ ਨਾ ਉਹ ਬਰੋਡਰ ਹੋ ਗਿਆ ਸਮਝਣ ਦੇ ਲਈ। ਤੋ ਇਹ ਵੱਧਦਾ ਗਿਆ, ਦਾਇਰਾ ਵੱਧਦਾ ਗਿਆ। ਤੋ ਜਿਵੇਂ ਜਿਵੇਂ ਦਾਇਰਾ ਵੱਧਦਾ ਗਿਆ ਪੋਲੀਟਿਕਸ ਨੂੰ ਸਮਝਣ ਦਾ, ਤਿਵੇਂ ਤਿਵੇਂ ਜਿਹੜੇ ਆ ਉਹ ਜਿਹੜੇ ਪੋਲੀਟੀਕਲ ਸਕਾਲਰਸ ਨੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਫਰਕ ਹੁੰਦਾ ਗਿਆ। ਸੋ ਬੀਇੰਗ ਅ ਸਟੂਡੈਂਟਸ, ਵੀ ਆਲ ਆਰ ਸਟੂਡੈਂਟਸ ਆਫ ਪੋਲੀਟੀਕਲ ਸਾਇੰਸ। ਤੋਂ ਜਿਹੜਾ ਸਾਨੂੰ ਪੋਲੀਟੀਕਲ ਸਾਇੰਸ ਦੇ ਲਈ ਸਹੀ ਨਤੀਜੇ ਕੱਢਣ ਦੇ ਲਈ, ਸਹੀ ਥਿਊਰੀਜ਼ ਬਿਲਡ ਕਰਨ ਦੇ ਲਈ ਕੰਪੈਰੇਟਿਵ ਪੋਲੀਟਿਕਸ ਦੇ ਵਿੱਚ ਤਾਂ ਸਾਨੂੰ ਇਹਨਾਂ ਸਾਰੇ ਫੈਕਟਰਸ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ, ਤਾਂ ਫਿਰ ਹੀ ਅਸੀਂ ਸਹੀ ਨਤੀਜਿਆਂ 'ਤੇ ਪਹੁੰਚ ਸਕਦੇ ਹਾਂ। ਦਿਸ ਇਜ਼ ਆਲ ਅਬਾਊਟ ਦਾ ਸਕੋਪ ਆਫ ਕੰਪੈਰੇਟਿਵ ਗਵਰਨਮੈਂਟ ਐਂਡ ਪੋਲੀਟਿਕਸ। ਹੋਪ ਕਿ ਮੈਂ ਜਿਹੜਾ ਆ ਇਸ ਟੌਪਿਕ ਨੂੰ ਤੁਹਾਡੀਆਂ ਐਸਪੀਰੇਸ਼ਨਸ ਦੇ ਅਕੋਰਡਿੰਗ ਜਸਟੀਫਾਈ ਕਰ ਪਾਈ ਹੋਊਂਗੀ। ਸੋ ਜੇ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਆ तो kindly like and share this video, and also say your friends, recommend this video to your friends. Thank you very much.